ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਵੀਰਾਂ ਭੈਣਾਂ ਨੂੰ ਜੀ ਆਇਆਂ। ਸੋਮਵਾਰ ਦਾ ਸਮਾਂ ਇਹ ਸੈਸ਼ਨ ਸਵਾਲ ਜਵਾਬ ਦਾ ਸੈਸ਼ਨ ਹੁੰਦਾ ਹੈ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਉੱਤਰ ਜਵਾਬ ਇਸ ਸੋਮਵਾਰ ਨੂੰ ਪੈਨਲ ਮੈਂਬਰਸ ਵੱਲੋਂ ਦਿੱਤੇ ਜਾਂਦੇ ਹਨ। ਜੋ ਸਵਾਲ ਆਪ ਭੇਜਦੇ ਹੋ, ਜਿੰਨਾ ਸਮਾਂ ਹੋਵੇ ਉਨੇ ਸਮੇਂ ਵਿੱਚ ਉਹਨਾਂ ਸਵਾਲਾਂ ਦੇ ਜਵਾਬ ਦੇ ਦਿੱਤੇ ਜਾਂਦੇ ਹਨ। ਪ੍ਰਾਇਰਟੀ ਬੇਸ ਤੇ ਉਹਦਾ ਜਵਾਬ ਦੇ ਦਿੰਦੇ ਹਾਂ। ਤੇ ਸਵਾਲ ਜਵਾਬ ਸੈਸ਼ਨ ਦੀ ਜ਼ਿੰਮੇਵਾਰੀ ਵੀਰ ਰਾਜਾ ਸਿੰਘ ਜੀ ਨਿਭਾਉਂਦੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਨ। ਵੀਰ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਸਵਾਲ ਜਵਾਬ ਦੇ ਪ੍ਰੋਗਰਾਮ ਵਿੱਚ ਸਾਡੇ ਜੋ ਸਹਿਯੋਗੀ ਪੈਨਲ ਮੈਂਬਰਸ ਨੇ, ਮੈਂ ਪਹਿਲੇ ਉਹਨਾਂ ਨੂੰ ਬੇਨਤੀ ਕਰਾਂਗਾ, ਸੰਗਤ ਨਾਲ ਫਤਿਹ ਸਾਂਝੀ ਕਰਨਗੇ ਸਰਦਾਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ। ਸਰਦਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਸਰਦਾਰ ਮਨਮੋਹਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਥ ਤਜਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਹਰਜੀਤ ਸਿੰਘ ਜੀ ਨੇ ਸੰਗਤ ਨਾਲ ਫਤਿਹ ਸਾਂਝੀ ਕਰ ਲਈ ਹੈ ਪਹਿਲਾਂ ਜੀ। ਤੋ ਪ੍ਰਿੰਸੀਪਲ ਸਾਹਿਬ ਸੁੰਦਰ ਸਿੰਘ ਜੀ ਸ਼ਾਇਦ ਜੁਆਇਨ ਨਹੀਂ ਕੀਤੇ। ਤੋ ਆਓ ਸਾਧ ਸੰਗਤ ਆਪਾਂ ਇਸ ਸਵਾਲ ਜਵਾਬ ਵੱਲ ਚੱਲਦੇ ਹਾਂ। ਜੋ ਆਪ ਜੀ ਵੱਲੋਂ ਸਵਾਲ ਆਉਂਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਸਾਰੇ ਪੈਨਲ ਮੈਂਬਰਸ ਦੀ ਆਪਸ ਵਿੱਚ ਵਿਚਾਰ ਵਟਾਂਦਰਾ ਕਰਕੇ ਤਾਂ ਜਿੱਥੋਂ ਤੱਕ ਕੋਈ ਚੀਜ਼ ਹੋ ਸਕਦੀ ਹੈ ਆਪ ਜੀ ਦੇ ਸਾਹਮਣੇ ਅਸੀਂ ਪੇਸ਼ ਕਰਦੇ। ਔਰ ਨਾਲ ਹੀ ਸੰਗਤ ਵੱਲੋਂ ਜਿਹੜੀ ਫੀਡਬੈਕ ਮਿਲਦੀ ਹੈ ਸਾਨੂੰ ਬਹੁਤ ਹੈਲਪਫੁਲ ਹੁੰਦੀ ਹੈ, ਕਿਉਂਕਿ ਸੰਗਤ ਵਿੱਚ ਵੀ ਬਹੁਤ ਸਾਰੇ ਵਿਚਾਰਵਾਨ, ਸਾਰੇ ਵਿਚਾਰਵਾਨ ਨੇ ਔਰ ਉਹਨਾਂ ਦੇ ਵੀ ਸਾਨੂੰ ਸੁਝਾਅ ਜਿਹੜੇ ਨੇ ਬੜੇ ਕੀਮਤੀ ਔਰ ਸਾਨੂੰ ਗਾਈਡ ਕਰਦੇ। ਤੋ ਸਾਧ ਸੰਗਤ ਜੀ ਖਿਮਾ ਕਰਨਾ, ਅੱਜ ਦੇ ਜਿਹੜੇ ਸਾਡੇ ਸਵਾਲ ਨੇ ਉਹਨਾਂ ਚੋਂ ਪਹਿਲੇ ਸਭ ਤੋਂ ਜਿਹੜਾ ਸਵਾਲ ਲੈ ਰਹੇ ਹਾਂ ਜੀ ਉਹ ਗੁਰਬਾਣੀ ਦੇ ਉਚਾਰਨ ਬਾਰੇ। ਇਸ ਤਰ੍ਹਾਂ ਕਿ ਜਪਜੀ ਸਾਹਿਬ ਜੀ ਦਾ ਪਾਠ ਆਪਾਂ ਰੋਜ਼ ਕਰਦੇ ਹਾਂ, ਜਪ ਬਾਣੀ ਆਪਾਂ ਨੂੰ ਸਤਿਕਾਰ ਨਾਲ ਜਪਜੀ ਸਾਹਿਬ ਕਹਿੰਦੇ ਹਾਂ। ਤੋ ਇੱਕ ਗੱਲ ਜ਼ਰੂਰੀ ਦੇਖਣ ਵਾਲੀ ਹੈ ਕਿ ਜਿਹੜੀ ਚੀਜ਼ ਅਸੀਂ ਆਮ ਕਰਦੇ ਹੋਈਏ ਉਹ ਸਾਡੀ ਜ਼ੁਬਾਨ ਤੇ ਚੜ ਜਾਂਦੀ ਹੈ, ਔਰ ਜਿਹੜੀ ਚੀਜ਼ ਅਸੀਂ ਨਿਤ ਕਰਦੇ ਹਾਂ ਉਹਦੇ 'ਚ, ਕਿਉਂਕਿ ਨਿਤਨੇਮ ਦਾ ਹਿੱਸਾ ਅਸੀਂ ਰੋਜ਼ਾਨਾ ਕਰਨੀ ਹੈ, ਪਰ ਕਈ ਵਾਰ ਅਸੀਂ ਜਿਹੜੀ ਕੰਮ ਰੋਜ਼ ਕਰਦੇ ਹਾਂ ਉਹਦੇ ਬਾਰੇ ਅਵੇਸਲੇ ਹੋ ਜਾਂਦੇ। ਅਸੀਂ ਉਹਨੇ ਚੇਤੰਨ ਨਹੀਂ ਹੁੰਦੇ ਜਿੰਨੇ ਕਿ ਅਸੀਂ ਕਦੇ ਕਦੇ ਕੋਈ ਚੀਜ਼ ਕਰੀਏ ਅਸੀਂ ਬੜੇ ਚੇਤੰਨ ਹੁੰਦੇ ਹਾਂ। ਪਰ ਲੋੜ ਤਾਂ ਹੈ ਕਿ ਜਿਹੜੀ ਕੰਮ ਆਪਾਂ ਨਿਤ ਕਰਦੇ ਹਾਂ ਉਹਦੇ ਲਈ ਜ਼ਿਆਦਾ ਚੇਤੰਨ ਹੋਈਏ। ਤੇ ਉਹਦੇ 'ਚ ਕੀ ਹੁੰਦਾ ਹੈ ਕਿ ਸਾਡੇ ਥੋੜੇ ਜਿਹੇ ਅਵੇਸਲੇਪਣ ਕਰਕੇ ਕੁਝ ਅੱਖਰ ਜਿਹੜੇ ਨੇ ਉਹਨਾਂ ਦਾ ਉਚਾਰਨ ਅਸੀਂ ਸਹੀ ਨਹੀਂ ਕਰਦੇ, ਤੇ ਕਿਉਂਕਿ ਰੋਜ਼ ਕਰਦੇ ਹਾਂ, ਰੋਜ਼ ਕਰਨ ਕਰਕੇ ਉਹ ਸਾਡੀ ਜ਼ੁਬਾਨ ਤੇ ਪੱਕ ਜਾਂਦੇ ਤੇ ਜ਼ੁਬਾਨ ਤੇ ਪੱਕਣ ਕਰਕੇ ਉਹ ਸਗੋਂ ਇੱਕ ਇਹ ਵੀ ਘਾਟਾ ਹੈ ਕਿ ਜਿਸ ਵੇਲੇ ਕੋਈ ਅੱਖਰ ਸਾਡੀ ਜ਼ੁਬਾਨ ਤੇ ਜ਼ਿਆਦਾ ਪੱਕ ਜਾਏ ਉਹਨੂੰ ਠੀਕ ਕਰਨ ਲਈ, ਕਰੈਕਟ ਕਰਨ ਲਈ ਸਾਨੂੰ ਬੜੀ ਜ਼ਿਆਦਾ ਮਿਹਨਤ ਕਰਨੀ ਪੈਂਦੀ। ਤੋ ਇਸੇ ਤਰ੍ਹਾਂ ਇੱਕ ਸ਼ਬਦ ਜਿਹੜਾ ਹੈ ਜਪਜੀ ਸਾਹਿਬ ਦੀ ਬਾਣੀ ਵਿੱਚ
ਉਹਦੇ ਸਪੈਲਿੰਗ ਨੇ ਬੱਬਾ, ਰਰਾ ਤੇ ਮੰਮਾ ਨੂੰ ਕੰਨਾ। ਤੇ ਇਹ ਜਪਜੀ ਬਾਣੀ ਚਾਹੁੰਦਾ ਹੈ, ਗੁਰੂ ਗ੍ਰੰਥ ਸਾਹਿਬ 'ਚ ਹੋਰ ਵੀ ਅਨੇਕਾਂ ਥਾਂ ਤੇ ਆਉਂਦਾ, ਪਰ ਕਿਉਂਕਿ ਜਪਜੀ ਸਾਹਿਬ ਸਾਡੀ ਨਿਤਨੇਮ ਦੀ ਬਾਣੀ ਹੈ, ਤਾਂ ਸਾਨੂੰ ਸਵਾਲ ਵੀ ਇਹੀ ਆਇਆ ਕਿ ਜਪ ਬਾਣੀ ਵਿੱਚ ਇਹ ਜਿਹੜਾ ਅੱਖਰ ਹੈ ਬੱਬਾ, ਰਰਾ, ਮਾਂ ਨੂੰ ਕੰਨਾ, ਇਹਨੂੰ ਬ੍ਰਹਮਾ ਕਰਕੇ ਬੋਲਣਾ ਹੈ ਕਿ ਬਰਮਾ ਕਰਕੇ ਬੋਲਣਾ। ਤਾਂ ਇਹਦੇ ਲਈ ਮੈਂ ਬੇਨਤੀ ਕਰ ਰਿਹਾ ਆਪਣੇ ਵੀਰ ਸਾ ਜਗੀਰ ਸਿੰਘ ਜੀ ਨੂੰ ਪਟਿਆਲਾ ਤੋਂ। ਉਹ ਗੁਰਬਾਣੀ ਵਿਆਕਰਨ ਔਰ ਉਚਾਰਨ ਸਾਨੂੰ ਦੱਸਦੇ ਵੀ ਨੇ, ਉਹ ਇਹਨਾਂ ਦਾ ਖੇਤਰ ਹੈ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਬਈ ਇਹ ਸੰਗਤਾਂ ਨੂੰ ਜ਼ਰੂਰ ਦੱਸੋ ਵੀ ਇਹਨੂੰ ਬ੍ਰਹਮਾ ਬੋਲੀਏ ਕਿ ਬਰਮਾ ਬੋਲੀਏ, ਕਿਉਂਕਿ ਨਿਤ ਦੀ ਪੜ੍ਹਨ ਦੀ ਬਾਣੀ ਹੈ ਤੇ ਆਪਾਂ ਕਿਹੜਾ ਸਹੀ ਉਚਾਰਨ ਹੋਇਆ। ਹਾਂਜੀ ਜਗੀਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਇਹ ਦਾ ਸਵਾਲ ਆਇਆ ਹੈ ਵੀ ਜਪ ਬਾਣੀ ਵਿੱਚ ਆਇਆ ਅੱਖਰ ਬਰਮਾ ਨੂੰ ਬ੍ਰਹਮਾ ਬੋਲਣਾ ਹੈ ਜਾਂ ਬਰਮਾ। ਇਹ ਸ਼ਬਦ ਗੁਰਬਾਣੀ ਵਿੱਚ ਦੋ ਤਰ੍ਹਾਂ ਲਿਖਿਆ ਮਿਲਦਾ ਹੈ, ਇੱਕ ਹੈ ਬਰਮਾ, ਦੂਜਾ ਹੈ ਬ੍ਰਹਮਾ। ਹੋਰ ਵੀ ਅਨੇਕਾਂ ਸ਼ਬਦ ਐਸੇ ਹਨ ਜੋ ਦੋ ਦੋ ਰੂਪਾਂ ਵਿੱਚ ਮਿਲਦੇ ਹਨ, ਜਿਵੇਂ ਬੰਨਾ, ਬੰਨਾ, ਪੜ, ਪੜ, ਨਹਾਵਾ, ਨਹਾਵਾ, ਗੋਬਿੰਦ, ਗੋਬਿੰਦ, ਪੜੀਆ, ਪੰਡਿਆ, ਪੜੀਆ, ਮੁੰਡਿਆ, ਮੁੜੀਆ, ਆਨੰਦ, ਆਨੰਦ। ਇੱਥੇ ਦੂਸਰੇ ਆਨੰਦ ਦੇ ਉੱਪਰ ਟਿੱਪੀ ਨਹੀਂ ਹੈਗੀ, ਗਲਤੀ ਨਾਲ ਲੱਗੀ ਹੈ, ਇਹਨੂੰ ਆਨੰਦ ਲਿਖਣਾ। ਜੇਕਰ ਇਹਨਾਂ ਸ਼ਬਦਾਂ ਦਾ ਅਰਥ ਇੱਕੋ ਹੀ ਹੋਵੇ ਤਾਂ ਜੋ ਅਸਲੀ ਸ਼ਬਦ ਹੈ ਉਸ ਦਾ ਹੀ ਉਚਾਰਨ ਹੁੰਦਾ ਹੈ। ਜਿਵੇਂ ਬੰਨਾ, ਪੜ, ਨਹਾਵਾ, ਗੋਬਿੰਦ, ਪੰਡਿਆ, ਮੁੰਡਿਆ, ਆਨੰਦ ਹੀ ਉਚਾਰਨ ਹੋਵੇਗਾ। ਬੰਨਾ, ਪੜ, ਨਹਾਵਾ, ਗੋਬਿੰਦ, ਪੜੀਆ, ਮੁੜੀਆ, ਆਨੰਦ ਉਚਾਰਨ ਨਹੀਂ ਹੋਵੇਗਾ। ਕਿ ਅਸਲੀ ਬਰਮਾ ਅਸਲੀ ਸ਼ਬਦ ਹੈ। ਇਸ ਦਾ ਅਰਥ ਹੈ, ਇਸ ਦਾ ਅਰਥ ਪ੍ਰਭੂ ਵੀ ਹੈ ਤੇ ਦੂਜਾ ਅਰਥ ਬਰਮਾ ਦੇਵਤਾ ਵੀ ਹੈ। ਇਸ ਦਾ ਉਚਾਰਨ ਬਰਮਾ ਹੀ ਕਰਨਾ ਹੈ, ਬਰਮਾ ਨਹੀਂ। ਗੁਰਬਾਣੀ ਬਰਮਾ ਸ਼ਬਦ ਗੁਰਬਾਣੀ ਵਿੱਚ ਸਿਰਫ 3 ਵਾਰੀ ਹੀ ਆਇਆ ਹੈ, ਜਦਕਿ ਬ੍ਰਹਮਾ ਸ਼ਬਦ ਬਹੁਤ ਵਾਰੀ ਆਇਆ ਹੈ। ਜਿਵੇਂ ਕਿ ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਮ ਤੇਰੇ ਸਦਾ ਸਵਾਰੇ। ਦੂਜਾ ਹੈ ਬ੍ਰਹਮਾ ਮੂਲ ਵੇਦ ਅਭਿਆਸਾ। ਫਿਰ ਅੱਗੇ ਬ੍ਰਹਮਾ ਪ੍ਰਥਮੇ ਬ੍ਰਹਮਾ ਕਾਲੇ ਘਰ ਆਇਆ। ਬ੍ਰਹਮਾ ਵੇਦ ਪੜ੍ਹੈ ਬਾਦ ਵਖਾਣੈ। ਅੱਗੇ ਹੈ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਸਲੀਆ। ਇੱਦਾਂ ਹੋਰ ਵੀ ਅਨੇਕਾਂ ਸ਼ਬਦ ਨੇ। ਇਹਨਾਂ ਸਭ ਪੰਕਤੀਆਂ ਵਿੱਚ ਬ੍ਰਹਮਾ ਦੇਵਤੇ ਬਾਰੇ ਹੀ ਲਿਖਿਆ ਹੈ, ਪਰਮਾਤਮਾ ਬਾਰੇ ਨਹੀਂ ਲਿਖਿਆ, ਦੇਵਤੇ ਬਾਰੇ ਹੀ ਲਿਖਿਆ ਹੈ। ਹਿੰਦੂ ਇਤਿਹਾਸ ਦੇ ਵਿੱਚ ਬ੍ਰਹਮਾ ਦੇਵਤਾ ਹੈ, ਲੇਕਿਨ ਆਪਣੀ ਦੇਖਣਾ ਕੀ ਹੈ। ਇੱਥੋਂ ਵੀ ਅਸੀਂ ਸੇਧ ਲੈ ਕੇ ਇਸ ਸ਼ਬਦ ਨੂੰ ਬ੍ਰਹਮਾ ਹੀ ਉਚਾਰਨ ਕਰਦੇ ਹਾਂ, ਨਾ ਕਿ ਬਰਮਾ। ਤੇ ਇਸ ਲਈ ਇਹਦਾ ਉਚਾਰਨ ਬ੍ਰਹਮਾ ਹੈ, ਬਰਮਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਬਾਰੇ ਬਰਮਾ ਹੈ, ਬਰਮਾ ਨਹੀਂ। ਇਹ ਨੋਟ ਕਰਨ ਵਾਲੀ ਗੱਲ ਹੈ ਸਾਧ ਸੰਗਤ, ਕਿਉਂਕਿ ਪਾਠ ਕਰਨ ਲੱਗੇ ਆਮ ਬਹੁਤੇ ਸਾਡੇ ਵੀਰ ਭੈਣਾਂ ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਲੋਕ ਗਲਤ ਪੜ੍ਹ ਜਾਂਦੇ ਹਾਂ। ਤੋ ਅੱਜ ਜਗੀਰ ਸਿੰਘ ਜੀ ਨੇ ਬੜਾ ਸਪਸ਼ਟ ਦੱਸਿਆ ਔਰ ਗੁਰਬਾਣੀ 'ਚ ਉਦਾਹਰਨਾਂ ਦੇ ਕੇ ਔਰ ਅਰਥ ਸਹਿਤ ਸਾਨੂੰ ਸਮਝਾਇਆ। ਸੋ ਇਹ ਅੱਖਰ ਜਿਹੜਾ ਹੈ ਇਹਨੂੰ ਆਪਾਂ ਜਪ ਬਾਣੀ ਵਿੱਚ ਪਾਠ ਕਰਦੇ ਹਾਂ ਜਾਂ ਗੁਰਬਾਣੀ ਵਿੱਚ ਜਿੱਥੇ ਵੀ ਇਹ ਅੱਖਰ ਆਉਂਦਾ, ਤਾਂ ਕਿਉਂਕਿ ਉਹ ਜਿਵੇਂ ਉਹਨਾਂ ਨੇ ਦੱਸਿਆ ਡਿਟੇਲਸ, ਮੈਂ ਉਧਰ ਨਾ ਜਾਵਾਂ, ਤੇ ਇਹਨੂੰ ਆਪਾਂ ਬਰਮਾ ਨਹੀਂ ਬ੍ਰਹਮਾ ਹੀ ਪੜ੍ਹਨਾ। ਧੰਨਵਾਦ ਵੀਰ ਜਗੀਰ ਸਿੰਘ ਜੀ ਆਪ ਜੀ ਦਾ। ਤੋ ਸਾਧ ਸੰਗਤ ਆਓ ਜਿਹੜਾ ਅਗਲਾ ਸ਼ਬਦ ਹੈ ਇਹ ਭਾਵੇਂ ਡਿਸਕਸ ਪਹਿਲੇ ਹੋ ਚੁੱਕਾ ਹੈ ਔਰ 2-3 ਦਿਨ ਪਹਿਲਾਂ ਵੀਰ ਹਰਜੀਤ ਸਿੰਘ ਜੀ ਜਿਹੜੀ ਵਿਆਖਿਆ ਕਰ ਰਹੇ ਸਨ ਉਹਦੇ ਵਿੱਚ ਵੀ ਹੋਮੈ ਦਾ ਜ਼ਿਕਰ ਆਇਆ ਸੀ, ਹੋਮੈ ਦੀਰਘ ਦਾ। ਤੋ ਹੁਣ ਅਕਾਲ ਜੋਤ ਸਿੰਘ ਜੀ ਦਾ ਇਹ ਸਵਾਲ ਹੈ ਮੋਹਾਲੀ ਤੋਂ ਨੇ ਕਿ ਹੋਮੈ ਦੀਰਘ ਰੋਗ ਹੈ, ਕਿਹਾ ਜਾਂਦਾ ਕਿ ਦਾਰੂ ਪੀ ਸਮਾਏ, ਵੀ ਇਹ ਕਿਵੇਂ ਹੋ ਗਿਆ, ਵੀ ਇਹ ਰੋਗ ਹੈ ਤੇ ਦਾਰੂ ਵੀ ਇਹਦੇ ਵਿੱਚ ਹੀ ਹੈ। ਤੋ ਹਾਲਾਂਕਿ ਜਿਸ ਤਰ੍ਹਾਂ ਮੈਂ ਬੇਨਤੀ ਕਰ ਰਿਹਾ ਕਿ ਪਹਿਲੇ ਬੇਸ਼ੱਕ ਡਿਸਕਸ ਹੋ ਚੁੱਕਿਆ, ਪਰ ਕਿਉਂਕਿ ਉਸ ਨੌਜਵਾਨ ਦਾ ਸਵਾਲ ਆਇਆ, ਮੈਂ ਬੇਨਤੀ ਕਰ ਰਿਹਾ ਵੀਰ ਤੇਜਿੰਦਰ ਸਿੰਘ ਜੀ ਨੂੰ ਬਈ ਇਹਦਾ ਵੀ ਤੁਹਾਨੂੰ ਸੰਖੇਪ ਵਿੱਚ ਥੋੜਾ ਸਮਝਾ ਦਿਓ ਕਿ ਹੋਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ, ਵੀ ਇਹ ਕਿਸ ਤਰ੍ਹਾਂ ਹੋ ਸਕਦਾ। ਹਾਂਜੀ ਵੀਰ ਤੇਜਿੰਦਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵੀਰ ਜੀ ਆਪ ਜੀ ਨੇ ਜਿਹੜਾ ਸਵਾਲ ਪੁੱਛਿਆ ਹੈ, ਇਹ ਬਹੁਤ ਸਾਰੇ ਜਿਹੜੇ ਗੁਰਮੁਖ ਵਿਚਾਰਵਾਨ ਹਨ ਉਹਨਾਂ ਦੇ ਮਨ ਵਿੱਚ ਸਹਿਜੇ ਇਹ ਪੈਦਾ ਹੁੰਦਾ ਹੈ ਜੋ ਪੰਕਤੀ ਲਿਖੀ ਹੋਈ ਹੈ। ਤੇ ਇਸ ਦੇ ਜਵਾਬ ਵਿੱਚ ਸਾਨੂੰ ਇਹ ਸੋਚਣਾ ਪਏਗਾ ਕਿ ਗੁਰਬਾਣੀ ਵਿੱਚ ਜਿੱਥੇ ਵੀ ਲਫ਼ਜ਼ ਆਉਂਦਾ ਹੈ ਉੱਥੇ ਅਸੀਂ ਕਿਸ ਤਰ੍ਹਾਂ ਇਸ ਨੂੰ ਉਚਾਰਨ ਕਰਦੇ ਹਾਂ ਔਰ ਕਿਸ ਅੱਖਰ ਤੇ ਜ਼ੋਰ ਦੇਣ ਦੇ ਨਾਲ ਅਰਥ ਜਿਹੜੇ ਹਨ ਉਹ ਕਲੀਅਰ ਹੁੰਦੇ ਹਨ। ਤੋ ਦਾਰੂ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹ। ਜਦੋਂ ਕਿਸੇ ਲਫ਼ਜ਼ ਨਾਲ ਵੀ ਵਰਤਿਆ ਜਾਂਦਾ ਹੈ ਤਾਂ ਉਸ ਲਫ਼ਜ਼ ਤੇ ਜ਼ੋਰ ਦੇ ਕੇ ਪੜ੍ਹਨ ਦੀ ਲੋੜ ਹੁੰਦੀ ਹੈ। ਇਸ ਲਈ ਦਾਰੂ ਸ਼ਬਦ ਤੇ ਜ਼ੋਰ ਦੇ ਕੇ ਪੜ੍ਹਨਾ ਹੀ ਉਚਿਤ ਹੋਵੇਗਾ ਤਾਂ ਕਿ ਭਾਵ ਇਹ ਬਣੇ ਕਿ ਹਉਮੈ ਰੋਗ ਦਾ ਦਾਰੂ ਇਲਾਜ ਵੀ ਹੈ। ਕਈ ਸੱਜਣ ਇਸ ਸ਼ਬਦ ਤੇ ਜ਼ੋਰ ਦੇ ਕੇ ਪੜ੍ਹਦੇ ਹਨ, ਇਸ ਦਾ ਭਾਵ ਬਣ ਜਾਂਦਾ ਹੈ ਕਿ ਹਉਮੈ ਦਾ ਦਾਰੂ ਹਉਮੈ ਵਿੱਚ ਹੀ ਹੈ। ਫਿਰ ਇਹ ਸੱਜਣ ਇਸ ਪਾਵਨ ਬਾਣੀ ਦੀ ਤੁਕ ਤੇ ਕਿੰਤੂ ਪਰੰਤੂ ਕਰਨ ਲੱਗ ਜਾਂਦੇ ਹਨ। ਦੇਖੋ ਕਿ ਗੁਰਬਾਣੀ ਤਾਂ ਆਖਦੀ ਹੈ ਕਿ ਹਉਮੈ ਦਾ ਇਲਾਜ ਹਉਮੈ ਵਿੱਚ ਹੀ ਹੈ, ਇੱਥੋਂ ਤੱਕ ਕਿ ਉਹ ਇਸ ਹਉਮੈ ਦੇ ਖੁਦੀ ਦੇ ਨਾਲ ਵੀ ਜਿਹੜੇ ਜੋੜਨਾ ਸ਼ੁਰੂ ਕਰਦੇ ਹਨ। ਜਿਵੇਂ ਕਿ ਮੁਹੰਮਦ ਇਕਬਾਲ ਦਾ ਸ਼ੇਰ ਹੈ, खुदी को कर बुलंद इतना कि हर तकदीर से पहले बंदा खुदा से खुद पूछे बता तेरी रिजा क्या है। तो ਇਹੋ ਜਿਹੇ ਬੰਦੇ ਆਪਣੀ ਹਉਮੈ ਵਧਾਈ ਜਾਂਦੇ ਹਨ ਇਸ ਭਰਮ ਨਾਲ ਕਿ ਖੁਦਾ ਉਹਨਾਂ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਹੈ, ਇਹ ਜਾਣਨ ਲਈ ਕਿ ਉਹਨਾਂ ਦੀ ਮਰਜ਼ੀ ਕੀ ਹੈ ਤਾਂ ਕਿ ਖੁਦਾ ਉਹ ਮਰਜ਼ੀ ਪੂਰੀ ਕਰੇ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਖੁਦੀ ਅਤੇ ਹਉਮੈ ਦੇ ਅਰਥਾਂ ਦਾ ਫਰਕ ਨਹੀਂ ਸਮਝਦੇ। ਖੁਦੀ ਦੇ ਅਰਥ ਹਨ ਆਪਾ, ਜ਼ਮੀਰ, ਸੈਲਫ ਕੌਨਸ਼ੀਅਸ, ਆਪਾ ਉੱਚਾ ਕਰਨਾ, ਖੁਦੀ ਬੁਲੰਦ ਕਰਨਾ ਕੀ ਹੈ। ਹਉਮੈ ਨੂੰ ਮਾਰ ਦੇਣਾ ਹੀ ਉੱਚਾਪਨ ਹੈ। ਭਲੀ ਸਰੀ ਜੇ ਉਬਰੀ ਹਉਮੈ ਮੁਈ ਕਰਾਹ। ਗੁਰੂ ਗ੍ਰੰਥ ਸਾਹਿਬ ਦਾ ਮਹਲਾ ਪਹਿਲਾ ਪੰਨਾ 18। ਹਉਮੈ ਦੇ ਅਰਥ ਹਨ ਹਉ, ਅਹੰਕਾਰ, ਈਗੋਇਜ਼ਮ। ਹਉ ਦਾ ਮਤਲਬ ਹੀ ਮੈਂ ਹੈ ਔਰ ਮੈਂ ਦਾ ਮਤਲਬ ਤੇ ਮੈਂ ਹੈ ਹੀ ਹੈ। ਤੋ ਹਉਮੈ ਕਰਮ ਉਹ ਕੰਮ ਹਨ ਜਿਨ੍ਹਾਂ ਨਾਲ ਅਹੰਕਾਰ ਹਉ ਪ੍ਰਬਲ ਬਣੀ ਰਹਿੰਦੀ ਹੈ। ਹਉਮੈ ਪ੍ਰਬਲ ਬਣਾਉਣ ਨਾਲ ਖੁਦਾ ਖੁਸ਼ ਨਹੀਂ ਹੁੰਦਾ ਬਲਕਿ ਸਜ਼ਾ ਦਿੰਦਾ ਹੈ। ਉਧਰੇ ਸੰਤ ਪਰੇ ਹਰ ਸ਼ਰਣੀ ਪਚ ਬਿਨਸੇ ਮਹਾ ਅਹੰਕਾਰੀ। ਮਹਲਾ ਪੰਜਵਾਂ 916 ਅੰਕ। ਭਲੇ ਪੁਰਖ ਜੋ ਪ੍ਰਭੂ ਦੀ ਸ਼ਰਨ ਵਿੱਚ ਰਹਿੰਦੇ ਹਨ ਉਹ ਹਉਮੈ, ਵਿਕਾਰਾਂ, ਤ੍ਰਿਸ਼ਨਾ ਤੋਂ ਬਚੇ ਰਹਿੰਦੇ ਹਨ। ਅਹੰਕਾਰੀ ਹਉਮੈ ਭਰੇ ਸੜ ਗਲ ਜਾਂਦੇ ਹਨ। ਜੇ ਖੁਦਾ ਨੂੰ ਲਿਜਾਉਣਾ ਹੈ ਤਾਂ ਮਨ ਨਿਰਮਲ ਕਰਨ ਦੀ ਲੋੜ ਹੈ। ਕਬੀਰ ਜੀ ਆਖਦੇ ਹਨ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਪੀਰੇ, ਕਹਿਤ ਕਬੀਰ ਕਬੀਰ। ਅੰਕ 1367। ਗੁਰੂ ਸਾਹਿਬ ਹਉਮੈ ਦੇ ਰੋਗ ਦਾ ਇਲਾਜ ਦੱਸਦੇ ਹਨ। ਹਉਮੈ ਦੀਰਘ ਰੋਗ ਹੈ, ਦਾਰੂ ਵੀ। ਇੱਥੇ ਵਿਸਰਾਮ ਦੇਣਾ ਹੈ। ਹਉਮੈ ਦੀਰਘ ਰੋਗ ਹੈ ਤੇ ਵਿਸਰਾਮ, ਦਾਰੂ ਵੀ ਤੇ ਵਿਸਰਾਮ। ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਏ। ਹਉਮੈ ਇੱਕ ਲੰਮਾ ਰੋਗ ਹੈ, ਇਸ ਦਾ ਦਾਰੂ ਵੀ ਹੈ। ਜੇ ਪ੍ਰਭੂ ਕਿਰਪਾ ਕਰੇ ਤਾਂ ਜੀਵ ਗੁਰੂ ਦਾ ਸ਼ਬਦ ਕਮਾਉਂਦੇ ਹਨ। ਨਾਨਕ ਆਖਦਾ ਹੈ, ਇਹ ਲੋਕੋ ਇਸ ਤਰੀਕੇ ਨਾਲ ਭਾਵ ਗੁਰੂ ਦਾ ਸ਼ਬਦ ਕਮਾਉਣ ਨਾਲ ਹਉਮੈ ਰੋਗ ਤੋਂ ਪੈਦਾ ਹੋਏ ਦੁੱਖ ਦੂਰ ਹੋ ਜਾਂਦੇ ਹਨ। ਤੋਂ ਆਸ ਹੈ ਵੀਰ ਜੀ ਨੂੰ ਇਹ ਸਮਝ ਆ ਗਈ ਹੋਗੀ ਕਿ ਇਸ ਦਾ ਦਾਰੂ ਦਾ ਹਉਮੈ ਦਾ ਇਲਾਜ ਕੀ ਹੈ ਕਿ ਗੁਰੂ ਦੇ ਸ਼ਬਦ ਦੇ ਨਾਲ ਜੁੜੀਏ। ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਜੁੜ ਜਾਾਂਗੇ ਤੇ ਜਬ ਹਉਮੈ ਜਬ ਮੇਰੀ ਮਿਟ ਜਾਏ ਤਾਂ ਪ੍ਰਕਾਸ਼ ਸਵਾਰੇ ਆਏ। ਤਾਂ ਉਸ ਤਰੀਕੇ ਦੇ ਨਾਲ ਹਉਮੈ ਸਾਡੇ ਜਿਹੜੀ ਹੈ ਉਹ ਜਾ ਸਕਦੀ ਹੈ। ਫਿਰ ਤੂੰ ਕਰਤਾ ਤੂੰ ਗਿਆ ਮੁਝ ਮੇ ਰਾਹ ਨਾ ਹੋ, ਜਬ ਆਪਾ ਵਰਗਾ ਮਿਟ ਗਿਆ ਜਦ ਦੇਖਣਾ ਤਾਂ ਤੂੰ ਵਾਲੀ ਅਵਸਥਾ ਆ ਜਾਏਗੀ ਤੇ ਹਉਮੈ ਕਿਤੇ ਦੂਰ ਦਰੇੜੇ ਵੀ ਉਸ ਮਨੁੱਖ ਦੇ ਮਨ ਦੇ ਵਿੱਚ ਨਹੀਂ ਪੈਦਾ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਤੋਂ ਵੀਰ ਜੀ ਨੇ ਦੱਸਿਆ ਕਿ ਸਮੱਸਿਆ ਉਚਾਰਨ 'ਚ ਹੈ ਕਿ ਅਸੀਂ ਭੀ ਤੇ ਜ਼ੋਰ ਦੇਣਾ ਕਿ ਇਸ ਤੇ ਜ਼ੋਰ ਦੇਣਾ। ਇਸ ਤੇ ਦੇਣੇ ਆ ਤੇ ਗੱਲ ਹੋਰ ਬਣ ਜਾਂਦੀ ਹੈ। ਦਾਰੂ ਭੀ ਇਹਦੇ ਤੇ ਜ਼ੋਰ ਦੇਣਾ ਵੀਰ ਜੀ ਨੇ ਦੱਸਿਆ। ਤੋ ਜਿੱਥੇ ਉਚਾਰਨ ਸਾਨੂੰ ਅਰਥਾਂ ਦੇ ਪੂਰੀ ਸਹੀ ਗਾਈਡ ਕਰਦਾ, ਸੋ ਸਾਨੂੰ ਸਹੀ ਉਚਾਰਨ ਔਰ ਸਹੀ ਪੰਕਚੁਏਸ਼ਨ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ। ਔਰ ਹਉਮੈ ਬਾਰੇ ਵੀਰ ਜੀ ਨੇ ਜਿਹੜੀ ਗੱਲ ਦੱਸੀ ਹੈ, ਹਉਮੈ ਹੀ ਸਾਧ ਸੰਗਤ ਇੱਕ ਐਸਾ ਵੱਡਾ ਰੋਗ ਤਾਂ ਇਸੇ ਕਰਕੇ ਵੀ ਹੈ ਵੀ ਅੱਜ ਅਸੀਂ ਦੇਖਦੇ ਹਾਂ ਵੀ ਚਾਹੇ ਸਾਡੇ ਘਰ ਪਰਿਵਾਰ ਹੋਣ, ਸਮਾਜਿਕ ਸੰਸਥਾਵਾਂ ਹੋਣ, ਈਵਨ ਧਾਰਮਿਕ ਸੰਸਥਾਵਾਂ ਵਿੱਚ ਹੀ ਜਿਹੜਾ ਰੌਲਾ ਰੱਪਾ ਪੈਂਦਾ ਉਹ ਹਉਮੈ ਕਰਕੇ ਪੈਂਦਾ। ਔਰ ਹਉਮੈ ਜਿਹੜੀ ਹੈ ਉਹ ਸਾਡੀ ਡਿਵੈਲਪਮੈਂਟ ਨੂੰ ਰੋਕਦੀ ਹੈ। ਅਸੀਂ ਸਮਝਦੇ ਨਹੀਂ, ਵੱਖਰੀ ਗੱਲ ਹੈ। ਜਿਤਨਾ ਮਨੁੱਖ ਨਿਮਰ ਹੋਏਗਾ, ਗਰੀਬੀ ਗਦਾ ਹਮਾਰੀ ਜਿਹੜੀ ਹੈ, ਜਿਤਨਾ ਨਿਮਰ ਹੋਏਗਾ ਉਹਨਾਂ ਉਹਦਾ IQ ਡਿਵੈਲਪ ਹੋਏਗਾ। ਜਿਹੜੀ ਹਉਮੈ ਹੈ
ਇਹ ਤਾਂ ਸਾਨੂੰ ਰੱਬ ਨਾਲ ਵੀ ਮਿਲਣ ਨਹੀਂ ਦਿੰਦੀ। ਲੰਬਾ ਵਿਸ਼ਾ ਹੈ, ਤੋ ਸਤਿਗੁਰੂ ਜੀ ਕਿਰਪਾ ਕਰਨ। ਜੇ ਹਉਮੈ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੀਰਘ ਰੋਕ ਆਖਿਆ, ਅਸੀਂ ਸੱਚਮੁੱਚ ਦੀਰਘ ਸਮਝੀਏ ਔਰ ਇਹ ਤੋਂ ਛੁਟਕਾਰਾ ਪਾਈਏ। ਹਉਮੈ ਛੱਡ ਕੇ ਨਿਮਰਤਾ ਚ ਰਹੀਏ, ਉਹਦੇ ਨਾਲ ਅਸੀਂ ਆਪ ਵੀ ਸਹਿਜ ਵਿੱਚ ਵਿਚਰ ਸਕਦੇ ਹਾਂ ਤੇ ਦੂਜਿਆਂ ਨੂੰ ਵੀ ਅਸੀਂ ਸਹਾਈ ਹੋ ਸਕਦੇ ਹਾਂ। ਧੰਨਵਾਦ ਤਜਿੰਦਰ ਸਿੰਘ ਜੀ ਆਪ ਜੀ ਦਾ। ਤੋ ਸਾਧ ਸੰਗਤ ਜੀ, ਪਿਛਲੇ ਹਫਤੇ ਇੱਕ ਸਵਾਲ ਜਿਹੜਾ ਉਹ ਅਸੀਂ ਨਹੀਂ ਸੀ ਲੈ ਸਕੇ, ਸਮੇਂ ਦੀ ਕਮੀ ਸੀ। ਇਹ ਸਵਾਲ ਹੈ ਭੈਣ ਜੀ ਸੁਖਦੇਵ ਕੌਰ ਜੀ USA ਤੋਂ, ਉਹਨਾਂ ਦਾ ਸਵਾਲ ਸੀਗਾ ਕਿ ਜਿਹੜਾ ਈਸਵੀ ਸੰਮਤ ਹੈ ਉਹਨੂੰ ਤਾਂ ਜਿਹੜਾ ਆਪਾਂ 1 ਜਨਵਰੀ ਚੜ੍ਹਨੀ ਹੁੰਦੀ ਹੈ ਤੇ 31 ਦਸੰਬਰ ਨੂੰ ਬੜਾ ਧੂਮ-ਧਾਮ ਨਾਲ, ਵਾਕਈ ਸਾਰੇ ਸੰਸਾਰ ਵਿੱਚ ਇਸ ਵੇਲੇ ਜਿਹੜਾ ਨਵਾਂ ਸਾਲ ਹੈ ਉਹਦੇ ਲਈ ਤੇ ਬੜਾ ਹੀ ਇੰਜ ਲੱਗਦਾ ਜਿਵੇਂ ਖੇੜਾ ਚੜ੍ਹ ਗਿਆ। ਔਰ ਤੁਸੀਂ ਦੇਖਦੇ ਹੋ ਉਹਦੇ ਚ ਤੁਸੀਂ ਸਾਰੇ ਤਕਰੀਬਨ ਬਹੁਤੇ ਸ਼ਾਮਲ ਹਾਂ ਕਿ ਸਾਨੂੰ ਨਿਊ ਈਅਰ ਗ੍ਰੀਟਿੰਗ ਜਿਹੜੀਆਂ ਨੇ ਉਹ ਐਕਸਚੇਂਜ ਹੁੰਦੀਆਂ ਨੇ। ਔਰ ਨਵੇਂ ਸਾਲ ਤੇ ਜਿਉਂ ਰਾਤ ਦੇ 12 ਵਜੇ 31 ਦਸੰਬਰ ਤੋਂ ਲੈ ਕੇ ਲੋਕੀ ਜਿਹੜੇ ਨੇ ਫਿਰ ਅਗਲੇ ਸਾਰਾ ਦਿਨ ਇੱਕ ਦੂਜੇ ਨੂੰ ਹੈਪੀ ਨਿਊ ਈਅਰ ਜਿਹੜਾ ਉਹਦੀ ਝੜੀ ਲਾ ਦਿੰਦੇ ਨੇ। ਤੇ ਭੈਣ ਜੀ ਦਾ ਤੌਖਲਾ ਇਹ ਹੈ ਕਿ ਜੇਕਰ ਈਸਵੀ ਸੰਮਤ ਤੇ ਇੰਨਾ ਉਤਸ਼ਾਹ ਹੁੰਦਾ ਤਾਂ ਜਿਸ ਵੇਲੇ ਨਾਨਕਸ਼ਾਹੀ ਸੰਮਤ ਸ਼ੁਰੂ ਹੁੰਦਾ ਉਸ ਵੇਲੇ ਘੱਟੋ ਘੱਟ ਸਾਡੀ ਕੌਮ 'ਚ ਕਿਉਂ ਨਹੀਂ ਉਤਸ਼ਾਹ? ਹਾਲਾਂਕਿ ਜਿਸ ਤਰ੍ਹਾਂ ਈਸਵੀ ਸੰਮਤ 'ਚ ਸਾਰੇ ਸੰਸਾਰ ਵਿੱਚ ਉਤਸ਼ਾਹ ਹੈ ਤੇ ਬਾਬਾ ਨਾਨਕ ਜਿਹੜਾ ਉਹਦੀ ਸਿੱਖਿਆ ਤੇ ਸਭ ਤੋਂ ਸੁਪਰੀਮ ਹੈ, ਤੇ ਇਸ ਕਰਕੇ ਨਾਨਕਸ਼ਾਹੀ ਸੰਮਤ ਬਾਰੇ ਉਤਸ਼ਾਹ ਕਿਉਂ ਨਹੀਂ? ਤੋ ਇਹਦੇ ਬਾਰੇ ਜਿਹੜੇ ਮਤਲਬ ਵੀ ਦੋਨੋਂ ਤਰ੍ਹਾਂ ਦੇ ਵਿਚਾਰ ਨੇ, ਉਹਦੇ ਬਾਰੇ ਆਪਣੇ ਨੂੰ ਸਾਡੇ ਵੀਰ ਮਨਮੋਹਨ ਸਿੰਘ ਜੀ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਇਹਦੇ ਬਾਰੇ ਦੱਸਣ ਵੀ ਈਸਵੀ ਸੰਮਤ ਦਾ ਜਿਹੜਾ ਉਤਸ਼ਾਹ ਹੈ ਤੇ ਨਾਨਕਸ਼ਾਹੀ ਸੰਮਤ ਜਿਸ ਵੇਲੇ ਸ਼ੁਰੂ ਹੁੰਦਾ ਹੈ ਉਹਨਾਂ ਦਾ ਉਤਸ਼ਾਹ ਨਹੀਂ ਦਿਸਦਾ ਦੂਸਰੇ ਦਾ, ਤੇ ਇਹਦੇ ਕਾਰਨ ਕੀ ਨੇ? ਔਰ ਕਿਆ ਸਾਨੂੰ 31 ਦਸੰਬਰ ਜਿਹੜਾ ਹੈ ਉਹਨੂੰ ਧੂਮਧਾਮ ਨਾਲ ਮਨਾਉਣਾ ਚਾਹੀਦਾ, ਨਹੀਂ ਮਨਾਉਣਾ ਚਾਹੀਦਾ? ਸੁਣੋ ਵੀਰ ਮਨਮੋਹਨ ਸਿੰਘ ਜੀ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਈਸਵੀ ਸੰਮਤ ਦਾ ਨਵਾਂ ਸਾਲ ਪਰ ਨਾਨਕਸ਼ਾਹੀ ਸੰਮਤ ਈਸਵੀ ਸੰਮਤ ਜੋ ਸਾਲ ਹੈ ਇਹ ਜੋ ਸੀ, ਇਸ ਨੂੰ ਰੋਮਨ ਕੈਲੰਡਰ ਜਾਂ ਜੋ ਹੈ ਗ੍ਰੈਗੋਰੀਅਨ ਕੈਲੰਡਰ ਵੀ ਕਿਹਾ ਜਾਂਦਾ ਹੈ। ਇਹ ਤਕਰੀਬਨ ਜਦੋਂ ਅਸੀਂ ਦੁਨੀਆ ਨੂੰ ਦੇਖਦੇ ਹਾਂ ਤੇ ਲਗਭਗ 7 ਅਰਬ 6 ਕਰੋੜ ਦੀ ਕੁੱਲ ਆਬਾਦੀ ਜੋ ਹੈ, ਇਸ ਦੇ ਵਿੱਚ 96.5% ਜੋ ਲੋਕੀ ਨੇ ਉਹ ਇਸ ਕੈਲੰਡਰ ਨੂੰ ਅਪਣਾ ਚੁੱਕੇ ਨੇ। ਕਿਉਂਕਿ ਵੈਸਟਰਨ ਕਲਚਰ ਦਾ ਬਹੁਤ ਵੱਡਾ ਪ੍ਰਭਾਵ ਹੈ ਇਸ ਕੈਲੰਡਰ ਨੂੰ ਇਸ ਵੇਲੇ ਆਲਮੀ ਸਤ੍ਹਾ ਦੇ ਉੱਤੇ ਇੰਟਰਨੈਸ਼ਨਲ ਜੋ ਹੈ ਮਾਨਤਾ ਪ੍ਰਾਪਤ ਹੋ ਚੁੱਕਾ ਹੈ। ਸਿਰਫ 4 ਕੋ ਦੇਸ਼ ਛੋੜ ਕੇ ਇਥੋਪੀਆ, ਸਾਊਦੀ ਅਰਬੀਆ, ਈਰਾਨ ਤੇ ਨੇਪਾਲ ਜਿਨ੍ਹਾਂ ਨੇ ਆਪਣੇ ਹੀ ਕੈਲੰਡਰ ਰੱਖੇ ਹੋਏ ਨੇ, ਉਹ ਤਕਰੀਬਨ 24 ਕਰੋੜ 52 ਲੱਖ ਲੋਕੀ ਬਣਦੇ ਨੇ। ਲਗਭਗ 3.5% ਲੋਕੀ ਨੇ ਜਿਹੜੇ ਆਪਣਾ ਕੈਲੰਡਰ ਜੋ ਹੈ ਦੇਸ਼ ਦੇ ਅੰਦਰ ਲਾਗੂ ਕਰਦੇ ਨੇ, ਤੇ ਬਾਕੀ ਸਾਰੇ ਲੋਕੀ ਜੋ ਨੇ ਆਪਣੇ ਕੈਲੰਡਰਸ ਦੇ ਨਾਲ ਇਸ ਕੈਲੰਡਰ ਨੂੰ ਜੋ ਹੈ ਉਹ ਲਾਗੂ ਕਰ ਰਹੇ ਨੇ, ਇਸੇ ਦੇ ਅਨੁਸਾਰ ਚੱਲ ਰਹੇ ਨੇ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੀ ਜੋ ਸਿੱਖ ਮਾਈਕਰੋਸਕੋਪਿਕ ਜੋ ਕਮਿਊਨਿਟੀ ਹੈ ਬਹੁਤ ਛੋਟੀ, ਕੁਦਰਤੀ ਤੌਰ ਦੇ ਉੱਤੇ ਬਹੁਤ ਸੰਮਤੀ ਦਾ ਪ੍ਰਭਾਵ ਪੈਂਦਾ। ਜਦੋਂ 7 ਅਰਬ ਦੀ ਆਬਾਦੀ ਦੇ ਅੰਦਰ ਤਕਰੀਬਨ 96.75% ਲੋਕੀ ਇਸ ਕੈਲੰਡਰ ਨੂੰ ਅਪਣਾ ਚੁੱਕੇ ਨੇ ਤੇ ਸਾਰਿਆਂ ਨੇ ਹੀ ਇਸ ਨੂੰ ਅਪਣਾਉਣਾ ਹੈ। ਹੁਣ ਉਸ ਵੈਸਟਰਨ ਕਲਚਰ ਦਾ ਜੋ ਹੈ ਪ੍ਰਭਾਵ ਲੋਕਾਂ ਦੇ ਉੱਤੇ ਪੈ ਗਿਆ, ਜਿਸ ਦੇ ਨਾਲ ਕਿਉਂਕਿ ਉਹ ਅੰਗਰੇਜ਼ ਲੋਕੀ ਜੋ ਨੇ ਵੈਸਟਰਨ ਕਲਚਰ ਦੇ ਜੋ ਲੋਕੀ ਨੇ ਉਹ ਜਾਣ ਵਾਲੀ ਸਾਲ ਜਦੋਂ 31 ਦਸੰਬਰ ਹੁੰਦੀ ਹੈ, ਜਾਣ ਵਾਲੀ ਸਾਲ ਦੀ ਖੁਸ਼ੀ ਤੇ ਆਉਣ ਵਾਲੀ ਸਾਲ ਦੀ ਖੁਸ਼ੀ ਦੇ ਵਿੱਚ ਉਹ ਜੋ ਨੱਚਦੇ ਟੱਪਦੇ ਨੇ, ਪੱਬਾਂ ਕਲੱਬਾਂ ਜਾਂਦੇ ਨੇ, ਨਸ਼ੇ ਕਰਦੇ ਨੇ, ਉਹ ਸਾਰਾ ਜੋ ਹੈ ਇੱਕ ਵਿਕਾਰੀ ਜਿਹਾ ਅਸੀਂ ਕਹਿ ਸਕਦੇ ਹਾਂ ਜੀਵਨ ਜੋ ਹੈ, ਮਤਲਬ ਕਿਉਂਕਿ ਵਿਕਾਰ ਰੱਬ ਨਾਲੋਂ ਟੁੱਟਿਆਂ ਨੂੰ ਨੱਚਣਾ ਟੱਪਣਾ, ਨਸ਼ਿਆਂ ਵਿੱਚ ਗਲਤਾਨ ਹੋਣਾ, ਵੱਡੇ ਵੱਡੇ ਹੋਟਲਾਂ ਕਲੱਬਾਂ ਪੱਬਾਂ 'ਚ ਜਾਣਾ, ਉਹ ਇੱਕ ਵਿਕਾਰੀ ਜੀਵਨ ਹੀ ਮੰਨਿਆ ਜਾ ਸਕਦਾ ਧਰਮ ਦੀ ਦੁਨੀਆ ਦੇ ਅੰਦਰ। ਤੇ ਉਹ ਲੋਕੀ ਇਸ ਸਾਲ ਨੂੰ ਇਸ ਤਰ੍ਹਾਂ ਸ਼ੁਰੂਆਤ ਕਰਦੇ ਨੇ, ਜਾਣ ਵਾਲੀ ਨੂੰ ਅਲਵਿਦਾ ਕਰਦੇ ਨੇ, ਆਉਣ ਵਾਲੀ ਦੇ ਉੱਤੇ ਖੁਸ਼ੀਆਂ ਤੇ ਭੰਗੜੇ ਪਾਉਂਦੇ ਨੇ। ਹੁਣ ਜਿੱਥੇ ਤੱਕ ਸਾਡੇ ਗੁਰੂ ਸਿਧਾਂਤ ਦੀ ਗੱਲ ਹੈ, ਗੁਰੂ ਪਾਤਸ਼ਾਹ ਨੇ ਕਿਸੇ ਥਿਤ ਨੂੰ, ਕਿਸੇ ਵਾਰ ਨੂੰ, ਕਿਸੇ ਮੁਹੂਰਤ ਨੂੰ, ਸ਼ਗਨ ਅਪਸ਼ਗਨ ਨੂੰ ਕਿਤੇ ਮਹਾਨਤਾ ਨਹੀਂ ਦਿੱਤੀ ਕਿ ਭਾਈ ਕੋਈ ਰੁੱਤ ਚੰਗੀ ਹੈ। ਸਤਿਗੁਰੂ ਪਾਤਸ਼ਾਹ ਤੇ ਕਹਿੰਦੇ ਰੁੱਤ ਉਹੀਓ ਚੰਗੀ ਹੈ ਜਿਹਦੇ ਵਿੱਚ ਤੈਨੂੰ ਪ੍ਰਮਾਤਮਾ ਚੇਤੇ ਆ ਰਿਹਾ, ਦਿਨ ਉਹੀਓ ਚੰਗਾ ਜਦੋਂ ਤੈਨੂੰ ਪ੍ਰਮਾਤਮਾ ਚੇਤੇ ਆ ਰਿਹਾ, ਥਿਤ ਵਾਰ ਉਹੀਓ ਚੰਗੇ ਨੇ, ਮਹੀਨੇ ਉਹੀਓ ਚੰਗੇ ਨੇ ਜਦੋਂ ਤੂੰ ਪ੍ਰਮਾਤਮਾ ਦੇ ਨਾਲ ਜੁੜਿਆ। ਜੇ ਕਿਤੇ ਤੂੰ ਟੁੱਟਿਆ ਹੋਇਆ ਤੇ ਫਿਰ ਜਿਉਂਦਿਆਂ ਦੇ ਅੰਦਰ ਤੇ ਹੈ ਹੀ ਨਹੀਂ, ਫਿਰ ਤੇ ਮੁਰਦਿਆਂ ਦੇ ਸਮਾਨ ਹੈ, ਤੇ ਮੁਰਦੇ ਦਾ ਕਾਹਦਾ ਨੱਚਣਾ ਟੱਪਣਾ, ਉਸ ਦੀ ਕਿਹੜੀਆਂ ਖੁਸ਼ੀਆਂ ਮਨਾਉਣੀਆਂ। ਸਤਿਗੁਰੂ ਪਾਤਸ਼ਾਹ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਸਭੇ ਰੁੱਤੀ ਚੰਗੀਆਂ ਜਿਤ ਸੱਚੇ ਸਿਉਣੇ। ਭਾਈ ਗੁਰੂ ਕਿਹਾ ਸਿੱਖਾਂ ਮੈਂ ਤੇਰੀ ਕਿਸੇ ਰੁੱਤ ਦੇ ਨਾਲ ਨਹੀਂ ਜੋੜ ਰਿਹਾ, ਤੇਰੇ ਵਾਸਤੇ ਉਹੀਓ ਰੁੱਤ ਚੰਗੀ ਹੋਵੇਗੀ। ਖਿੜਾਓ ਤੇਰੇ ਅੰਦਰ ਉਦੋਂ ਹੀ ਆਵੇਗਾ ਜਦੋਂ ਤੂੰ ਆਪਣੇ ਪਤੀ ਪਰਮੇਸ਼ਵਰ ਦੇ ਨਾਲ ਜੁੜਿਆ ਹੋਵੇਗਾ, ਤੂੰ ਸੁਹਾਗਣ ਬਣ ਜਾਏਗਾ। ਜੇ ਕਿਤੇ ਤੂੰ ਪ੍ਰਮਾਤਮਾ ਨਾਲ ਜੁੜਿਆ ਹੈ ਤੇ ਤੇਰੇ ਅੰਦਰ ਖਿੜਾਓ ਹੈ। ਮਹਾ ਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ। ਸਤਿਗੁਰੂ ਕਹਿੰਦੇ ਮਹੀਨੇ, ਦਿਨ, ਮੁਹੂਰਤ ਉਹਨਾਂ ਦੇ ਵਾਸਤੇ ਹੀ
ਉਹੀਓ ਚੰਗੇ ਨੇ ਜਿਨ੍ਹਾਂ ਦੇ ਉੱਤੇ ਗੁਰੂ ਨੇ ਕਿਰਪਾ ਕਰ ਲਈ। ਜਦੋਂ ਕਿਰਪਾ ਹੋ ਗਈ ਤੇ ਉਹ ਦਿਨ ਵੀ ਚੰਗਾ, ਕਿਰਪਾ ਹੈ ਤੇ ਮਹੀਨਾ ਵੀ ਚੰਗਾ, ਕਿਰਪਾ ਹੈ ਤੇ ਕੋਈ ਵੀ ਮੁਹੂਰਤ ਹੈ ਤੇਰੇ ਵਾਸਤੇ ਚੰਗਾ ਹੈ। ਨਹੀਂ ਤੇ ਇਹ ਜੋ ਕੋਈ ਖਾਸ ਦਿਨ ਮੰਨ ਲੈਣਾ, ਕੋਈ ਖਾਸ ਮਹੀਨਾ ਮੰਨ ਲੈਣਾ, ਖਾਸ ਮੁਹੂਰਤ ਮੰਨ ਲੈਣਾ, ਸਤਿਗੁਰੂ ਕਹਿੰਦੇ ਇਹ ਤਾਂ ਗੱਲ ਹੀ ਕੋਈ ਨਹੀਂ। ਤੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਸਮਝਾਇਆ ਹੈ ਕਿ ਭਈ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭਾਵ ਹੈ ਜੀ। ਸਾਡੇ ਵਾਸਤੇ ਤੇ ਉਹੀਓ ਦਿਨ ਚੰਗਾ ਹੈ ਜਿਸ ਵੇਲੇ ਪ੍ਰਮਾਤਮਾ ਚੇਤੇ ਆ ਰਿਹਾ, ਉਹੀਓ ਘੜੀ ਪਲ ਚੰਗਾ ਹੈ ਜਿਸ ਵੇਲੇ ਪ੍ਰਮਾਤਮਾ ਚੇਤੇ ਆ ਰਿਹਾ। ਜੇ ਕਿਤੇ ਪ੍ਰਮਾਤਮਾ ਨਾਲ ਟੁੱਟੇ ਆ ਤੇ ਫਿਰ ਰੋਗੀ ਜੀਵਨ ਹੈ, ਫਿਰ ਮੁਰਦਿਆਂ ਦੇ ਸਮਾਨ ਜੀਵਨ ਹੈ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਤੂੰ ਹਰ ਵੇਲੇ ਉਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ। ਤੈਨੂੰ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਰਸਤੇ ਦੇ ਵਿੱਚ ਤੁਰਦਿਆਂ ਮਾਰਗ ਚਲਤ ਹਰੇ ਹਰ ਗਾਈ ਹੈ। ਕਾਰਜ ਕਾਮ ਬਾਟ ਘਾਟ ਚ ਪੀਜਿਆ, ਗੁਰ ਪ੍ਰਸਾਦੀ ਹਰ ਅੰਮ੍ਰਿਤ ਪੀਜਿਆ। ਤੈਨੂੰ ਤੇ ਆਪਣੇ ਕੰਮਾਂ ਕਾਜਾਂ ਚ ਹਰ ਵੇਲੇ ਪ੍ਰਮਾਤਮਾ ਨੂੰ ਚੇਤੇ ਕਰਨਾ ਸੀ ਤੇ ਹਰ ਵੇਲੇ ਪ੍ਰਮਾਤਮਾ ਨੂੰ ਚੇਤਿਆਂ ਕੀਤਿਆਂ ਉਸ ਪ੍ਰਮਾਤਮਾ ਦੀ ਤੇਰੇ ਉੱਤੇ ਕਿਰਪਾ ਹੋਣੀ ਸੀ। ਤੇ ਜਿੱਥੇ ਕਿਰਪਾ ਤੇ ਬਖਸ਼ਿਸ਼ ਹੈ ਉੱਥੇ ਖੁਸ਼ੀਆਂ ਤੇ ਖੇੜੇ ਨੇ, ਉੱਥੇ ਤੇ ਆਨੰਦ ਹੈ। ਉਹ ਕੋਈ ਇੱਕ ਦਿਨ, ਇੱਕ ਘੜੀ ਜਾਂ ਇੱਕ ਖਾਸ ਸਮੇਂ ਦੀ ਤਾਂ ਗੱਲ ਨਹੀਂ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਭਾਈ, ਤਬ ਲਗ ਪ੍ਰਾਣੀ ਤਿਸਾ ਸਰੇਵੋ ਜਬ ਲਗ ਘਟ ਮੇ ਸਾਸਾ। ਤੈਨੂੰ ਹਰ ਵੇਲੇ ਉਸ ਪ੍ਰਮਾਤਮਾ ਨੂੰ ਚੇਤੇ ਕਰਨਾ ਜਿੰਨੀ ਦੇਰ ਤੇਰੇ ਅੰਦਰ ਸਵਾਸ ਹੈ ਨਾ। ਤੇ ਫਿਰ ਜਦੋਂ ਤੂੰ ਉਸ ਨੂੰ ਚੇਤੇ ਕਰੇਗਾ, ਇਹ ਗੱਲ ਨਹੀਂ ਕਿ ਸਾਲ ਦਾ ਸ਼ੁਰੂ ਜਿਸ ਦਿਨ ਹੋਵੇਗਾ ਉਸ ਦਿਨ ਤੂੰ ਖੁਸ਼ ਹੋਵੇਗਾ ਤੇ ਪੂਰੀ ਸਾਲ ਖੁਸ਼ੀਆਂ ਚ ਲੰਘ ਜਾਏਗੀ, ਐਸੀ ਗੱਲ ਤਾਂ ਹੈ ਨਹੀਂ। ਸਤਿਗੁਰੂ ਕਹਿੰਦੇ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਨਾਮ ਜਪਣ ਵਾਲਿਆਂ ਤੇ ਕਾਜ ਹਰ ਵੇਲੇ ਸਰਦੇ ਨੇ, ਪ੍ਰਮਾਤਮਾ ਆਪ ਸਹਾਈ ਹੁੰਦਾ ਹੈ। ਹੁਣ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਕਿਸੇ ਖਾਸ ਦਿਨ ਦੇ ਨਾਲ, ਥਿਤ ਦੇ ਨਾਲ, ਮੁਹੂਰਤ ਦੇ ਨਾਲ, ਵਾਰ ਦੇ ਨਾਲ ਨਹੀਂ ਜੋੜਿਆ, ਜਾਂ ਸਾਨੂੰ ਕਿਸੇ ਇਹਨਾਂ ਚੀਜ਼ਾਂ ਦਾ ਪੁਜਾਰੀ ਨਹੀਂ ਬਣਾਇਆ। ਸਾਨੂੰ ਤਾਂ ਹਰ ਘੜੀ ਉਹ ਹੈ ਸਫਲ ਕਰਨ ਵਾਸਤੇ ਕਿ ਉਸ ਪ੍ਰਮਾਤਮਾ ਦੀ ਤੇਰੇ ਉੱਤੇ ਨਜ਼ਰ ਬਣੀ ਰਹੇ। ਤੂੰ ਉਸ ਪ੍ਰਮਾਤਮਾ ਨੂੰ ਚੇਤੇ ਕਰਨਾ ਹੈ। ਤੂੰ ਕਿਸੇ ਥਿਤਵਾਰ ਦਾ ਜਾਂ ਮਹੀਨੇ ਦਾ, ਕਿਸੇ ਮੁਹੂਰਤ ਦਾ ਪੁਜਾਰੀ ਨਹੀਂ। ਤੇ ਸਤਿਗੁਰੂ ਪਾਤਸ਼ਾਹ ਨੇ ਜੋ ਸਾਡੇ ਉੱਤੇ ਬਖਸ਼ਿਸ਼ ਕੀਤੀ ਉਹ ਤਾਂ ਸਾਡਾ ਗੁਰਮਤਿ ਦਾ ਇਹ ਸਿਧਾਂਤ ਹੈ। ਹੁਣ ਜਿੱਥੇ ਤੱਕ ਇਸ ਦਿਨ ਨੂੰ ਬੜੀਆਂ ਖੁਸ਼ੀਆਂ ਦੇ ਨਾਲ ਮਨਾਉਣ ਦੀ ਗੱਲ ਹੈ, ਉਹਦੇ ਵਿੱਚ ਇਹ ਹੈ ਕਿ ਕੁਦਰਤੀ ਤੌਰ ਦੇ ਉੱਤੇ ਵੈਸਟਰਨ ਕਲਚਰ ਜੋ ਸੀ ਉਸ ਦਾ ਅਸਰ ਹੋਣਾ ਸੀ। ਸਾਡੀ ਮਾਈਕਰੋਸਕੋਪਿਕ ਜੋ ਹੈ ਮਾਈਨੋਰਿਟੀ ਹੈ ਬਹੁਤ ਘੱਟ। ਅਸੀਂ ਜਿੱਥੇ ਵੀ ਰਹਿ ਰਹੇ ਹਾਂ ਸਾਡੇ ਬੱਚਿਆਂ ਦੇ ਉੱਤੇ ਆਂਢ ਗੁਆਂਢ ਦਾ ਅਸਰ ਹੁੰਦਾ ਹੈ। ਤੇ ਹੁਣ ਵੈਸਟਰਨ ਕਲਚਰ ਦੇ ਨੂੰ ਹਰ ਦੇਸ਼ ਨੇ ਅਪਣਾ ਲਿਆ ਹੈ। ਹਰ ਦੇਸ਼ ਦੇ ਅੰਦਰ ਇਸ ਨੂੰ ਬੜੀ ਧੂਮਧਾਮ ਦੇ ਨਾਲ ਦੁਨੀਆ ਮਨਾਈ ਜਾ ਰਹੀ ਹੈ। ਤੇ ਸਾਡੇ ਬੱਚੇ ਜੋ ਉਸ ਨੂੰ ਆਪਣੇ ਵਿਰਸੇ ਨੂੰ ਭੁੱਲ ਰਹੇ ਨੇ। ਹੁਣ ਜਦੋਂ ਮੁਹੱਲੇ ਦੇ ਬੱਚੇ, ਆਂਢ ਗੁਆਂਢ ਦੇ ਬੱਚੇ, ਦੋਸਤ ਯਾਰ ਜੋ ਨੇ ਉਹ ਲੈ ਚੱਲ ਪੈਂਦੇ ਨੇ, ਭਈ ਅਸੀਂ ਫਲਾਣੀ ਥਾਂ ਦੇ ਉੱਤੇ ਜਾਣਾ, ਉਸ ਹੋਟਲ ਦੇ ਅੰਦਰ ਅੱਜ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ, ਆਖਰੀ ਦਿਨ ਉੱਥੇ ਜਾਣਾ, ਫਲਾਣੀ ਥਾਂ ਦੇ ਉੱਤੇ ਨਾਚ ਪਾਰਟੀ ਹੈ ਉੱਥੇ ਜਾਣਾ, ਫਲਾਣੀ ਥਾਂ ਤੇ ਜਾਣਾ, ਤੇ ਬੱਚੇ ਚੱਲ ਪੈਂਦੇ ਸਨ। ਹੁਣ ਕਈ ਥਾਵਾਂ ਦੇ ਉੱਤੇ ਨਸ਼ੇ ਵੀ ਕੀਤੇ ਜਾਂਦੇ ਸਨ, ਨੱਚ ਟੱਪ ਹੁੰਦੀ ਸੀ, ਭੰਗੜੇ ਦੇਖੇ ਜਾਂਦੇ ਸਨ, ਹੋਰ ਕਈ ਕਿਸਮ ਦੇ ਵਿਕਾਰ ਜੋ ਸਨ ਕਮਾਏ ਜਾਂਦੇ ਸਨ। ਤੇ ਕੁਝ ਕੁ ਸੁਚੇਤ ਪ੍ਰਬੰਧਕ ਤੇ ਨੌਜਵਾਨਾਂ ਨੇ ਇਸ ਪਾਸੇ ਉਪਰਾਲਾ ਕੀਤਾ ਕਿ ਬੱਚਾ ਰਾਤ ਨੂੰ 31 ਦਸੰਬਰ ਨੂੰ ਘਰੋਂ ਨਿਕਲ ਕੇ ਜਾ ਕੇ ਕਿਤੇ ਜੋ ਹੈ ਭਾਂਗੜਿਆਂ ਤੇ ਕਲੱਬਾਂ ਵਿੱਚ ਸ਼ਾਮਲ ਹੋ ਰਿਹਾ, ਕਿਤੇ ਪੱਬਾਂ 'ਚ ਪਹੁੰਚ ਰਿਹਾ, ਕਿਤੇ ਨਸ਼ੇ ਦੀ ਥਾਂ ਜੋ ਨੇ ਉੱਥੇ ਜਾ ਰਿਹਾ, ਕਿਤੇ ਨਸ਼ੇ ਕਰ ਰਹੇ ਨੇ ਬੱਚੇ ਬੈਠ ਕੇ, ਛੋਟੀਆਂ ਛੋਟੀਆਂ ਟੋਲੀਆਂ ਬਣਾ ਕੇ ਮਹੱਲਿਆਂ ਦੇ ਵਿੱਚ ਪ੍ਰੋਗਰਾਮ ਨੱਚਣ ਟੱਪਣ ਦੇ ਹੋ ਰਹੇ ਨੇ, ਸ਼ਹਿਰਾਂ 'ਚ ਹੋ ਰਹੇ ਨੇ, ਬੱਚੇ ਉੱਥੇ ਜਾ ਰਹੇ ਨੇ। ਤੇ ਉਹਨਾਂ ਨੇ ਇੱਕ ਤਰੀਕਾਕਾਰ ਅਪਣਾਇਆ ਕਿ ਅਸੀਂ ਕਿਤੇ ਇਸ ਦਿਨ ਦੇ ਉੱਤੇ ਕੀਰਤਨ ਦਰਬਾਰ ਰਾਤ ਨੂੰ ਕਰਵਾ ਲਈਏ ਤਾਂ ਕਿ ਬੱਚੇ ਬਾਹਰ ਨਾ ਜਾ ਸਕਣ, ਕਿਉਂਕਿ ਇੱਕ ਹੜ੍ਹ ਆਇਆ ਹੋਇਆ ਸੀ। ਉਸ ਹੜ੍ਹ ਨੂੰ ਰੋਕਣ ਦਾ ਯਤਨ ਸੀ। ਭਾਵੇਂ ਅਸੀਂ ਥਿੱਤਾਂ ਵਾਰਾਂ ਦੇ ਪੁਜਾਰੀ ਨਹੀਂ, ਸਾਡਾ ਕੋਈ ਨਵੇਂ ਸਾਲ ਦੇ ਨਾਲ ਇਸ ਦੇ ਨਾਲ ਲੈਣਾ ਦੇਣਾ ਨਹੀਂ, ਲੇਕਿਨ ਉਹ ਆਪਣੀ ਰੁੜਦੀ ਜਵਾਨੀ ਨੂੰ, ਵਿਰਸੇ ਨਾਲ ਟੁੱਟਦੀ ਜਵਾਨੀ ਨੂੰ ਰੋਕਣ ਦਾ ਯਤਨ ਕੀਤਾ ਵੀ ਜੋ ਨਸ਼ਿਆਂ ਵਾਲੇ ਪਾਸੇ ਜਾ ਰਹੇ ਨੇ। ਤੇ ਉਹਨਾਂ ਪ੍ਰਬੰਧਕਾਂ ਨੇ ਸ਼ਾਮਾਂ ਦੇ ਦੀਵਾਨ ਜੋ ਸ਼ੁਰੂ ਕਰ ਦਿੱਤੇ ਇਸ ਦਿਨ। ਤੇ ਖਾਸ ਕਰਕੇ ਅਸੀਂ ਆਪਣੇ ਇਲਾਕੇ ਦੇ ਅੰਦਰ ਦੇਖਿਆ ਭਾਈ, ਸਾਡੇ ਜੋ ਸਿੱਖਾਂ ਦੇ ਇਲਾਕੇ ਸਨ, ਨੌਜਵਾਨ ਸਭਾਵਾਂ ਪ੍ਰਬੰਧਕਾਂ ਨੇ ਪ੍ਰੋਗਰਾਮ ਸ਼ੁਰੂ ਕੀਤੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬੱਚੇ, ਉਹਨਾਂ ਦੇ ਨਾਲ ਜੋ ਨੇ ਬਜ਼ੁਰਗ, ਸਾਰੇ ਜੋ ਉੱਥੇ ਆਉਣਾ ਸ਼ੁਰੂ ਹੋ ਗਏ। ਤੇ ਉਹਦੇ ਵਿੱਚ ਰਾਤ ਨੂੰ ਦੀਵਾਨ ਹੁੰਦਾ ਹੈ, ਕਥਾ ਕੀਰਤਨ ਹੁੰਦੀ ਹੈ। ਕਈ ਵਾਰ ਤੇ ਜਿਹੜਾ ਸਿਆਣਾ ਪ੍ਰਚਾਰਕ ਹੈ ਉਹ ਥਿੱਤਾਂ ਵਾਰਾਂ ਤੋਂ ਬਾਹਰ ਕੱਢ ਕੇ ਸਾਨੂੰ ਜੋ ਹੈ ਗੁਰਮਤਿ ਦੀ ਸੋਝੀ ਤੇ ਸੇਧ ਵੀ ਬਖਸ਼ਦਾ ਹੈ। ਤੇ ਉਹਦੇ ਨਾਲ ਇੱਕ ਰੁਕਾਵਟ ਜੋ ਹੈ, ਇੱਕ ਰੋਗ ਜੋ ਲੱਗ ਗਈ ਉਹਨਾਂ ਬੱਚਿਆਂ ਤੇ, ਜਿਹੜੇ ਬੱਚੇ ਜਿਨ੍ਹਾਂ ਨੂੰ ਇੱਕ ਪਾਸੇ ਕੋਈ ਪ੍ਰੋਗਰਾਮ ਨਹੀਂ ਸੀ ਹੁੰਦਾ ਤੇ ਉਹ ਨੱਚਣ ਟੱਪਣ ਵਾਲਿਆਂ ਦੇ ਨੇੜੇ ਜਾਂ ਨਸ਼ਿਆਂ ਵਾਲੀਆਂ ਥਾਵਾਂ ਦੇ ਉੱਤੇ ਪਹੁੰਚ ਜਾਂਦੇ ਸਨ। ਉਹ ਅਸੀਂ ਆਪਣੇ ਇਲਾਕੇ ਦੇ ਅੰਦਰ ਕਾਫੀ ਅਸਰ ਦੇਖਿਆ ਹੈ। ਜਿੱਥੇ ਤੱਕ ਇਹ ਸਵਾਲ ਆਇਆ ਹੈ ਕਿ ਨਾਨਕਸ਼ਾਹੀ ਸੰਬੰਧ ਦੇ ਉੱਤੇ ਉਤਸ਼ਾਹ ਕਿਉਂ ਨਹੀਂ ਦਿਸਦਾ, ਉਹਦੇ ਵਾਸਤੇ ਮੈਂ ਬੇਨਤੀ ਕਰਾਂਗਾ ਕਿ ਅੱਜ ਦਿਨ ਤੱਕ ਇਸ ਪਾਸੇ ਵੱਲ ਉਪਰਾਲੇ ਨਹੀਂ ਕੀਤੇ ਗਏ। ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜ ਨਹੀਂ ਸਕੇ ਕਿ ਸਾਡਾ ਨਵਾਂ ਸਾਲ ਜੋ ਹੈ ਚੇਤ ਤੋਂ ਸ਼ੁਰੂ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਨੇ ਸਾਨੂੰ ਜੋ ਹੈ ਆਪਣਾ ਇੱਕ ਕੈਲੰਡਰ ਦਿੱਤਾ ਹੈ। ਸਾਡਾ ਨਵਾਂ ਸਾਲ ਚੇਤ ਤੋਂ ਸ਼ੁਰੂ ਹੁੰਦਾ ਹੈ, ਪਹਿਲਾ ਮਹੀਨਾ ਚੇਤ ਦਾ ਹੈ। ਇਹਦੇ ਵਾਸਤੇ ਜਦ ਤੱਕ ਅਸੀਂ ਆਪਣੇ ਬੱਚਿਆਂ ਨੂੰ ਇਸ ਵਿਰਸੇ ਨਾਲ ਨਹੀਂ ਜੋੜਾਂਗੇ, ਬੱਚਿਆਂ ਨੂੰ ਸਮਝ ਨਹੀਂ ਆਵੇਗੀ। ਅੱਜ ਬਹੁਤੀ ਸਾਡੀ ਜਵਾਨੀ ਹੈ, ਬਹੁਤੇ ਬੱਚੇ ਨੇ ਜਿਨ੍ਹਾਂ ਨੂੰ ਜਦੋਂ ਦੇਸੀ ਮਹੀਨਿਆਂ ਦੇ ਨਾਂ ਨਹੀਂ ਆਉਂਦੇ। ਸੋ ਇਸ ਵਾਸਤੇ ਸੁਚੇਤ ਪ੍ਰਬੰਧਕਾਂ ਨੂੰ ਉਪਰਾਲਾ ਕਰਨਾ ਪਵੇਗਾ, ਪ੍ਰਚਾਰਕਾਂ ਨੂੰ ਉਪਰਾਲਾ ਕਰਨਾ ਪਵੇਗਾ ਕਿ ਜਿਵੇਂ ਉਧਰ ਪ੍ਰੋਗਰਾਮ ਰੱਖੇ ਜਾਂਦੇ ਨੇ, ਇਸ ਦਿਨ ਵੀ ਪ੍ਰੋਗਰਾਮ ਰੱਖੇ ਜਾਣ। ਨੌਜਵਾਨ ਪੀੜ੍ਹੀ, ਸਾਡੇ ਬੱਚੇ ਜੋ ਹੈ ਗੁਰੂ ਘਰਾਂ ਵਿੱਚ ਆਉਣ, ਕਥਾ ਕੀਰਤਨ ਹੋਵੇ, ਬੜੇ ਉਤਸ਼ਾਹ ਦੇ ਨਾਲ ਬੱਚਿਆਂ ਦੇ ਵਿੱਚ ਇਹ
ਵਿਰਸਾ ਭਰਨ ਦਾ ਯਤਨ ਕੀਤਾ ਜਾਵੇ, ਵਿਰਸੇ ਦੀ ਸੰਭਾਲ ਉਹਨਾਂ ਤੋਂ ਕਰਵਾਈ ਜਾਏ, ਉਹਨਾਂ ਨੂੰ ਆਪਣਾ ਇਤਿਹਾਸ ਤੇ ਵਿਰਸਾ ਚੇਤਾ ਕਰਵਾਇਆ ਜਾਵੇ ਕਿ ਬੱਚਿਓ ਸਾਡਾ ਜੋ ਨਵਾਂ ਸਾਲ ਹੈ ਉਹ ਪਹਿਲੀ ਚੇਤ ਤੋਂ ਸ਼ੁਰੂ ਹੁੰਦਾ ਹੈ ਤੇ ਸਾਡੇ ਜੋ ਨੇ ਦੇਸੀ ਮਹੀਨੇ ਇਹ ਇਸ ਆਖਰੀ ਮਹੀਨੇ ਤੋਂ ਬਾਅਦ ਜੋ ਹੈ ਸਾਡੀ ਸਾਲ ਖਤਮ ਹੋ ਜਾਂਦੀ ਹੈ ਤੇ ਫਿਰ ਇੱਥੇ ਸ਼ੁਰੂ ਹੁੰਦਾ ਹੈ। ਉਹਦੇ ਵਾਸਤੇ ਸਾਨੂੰ ਉਪਰਾਲੇ ਕਰਨੇ ਪਵਣਗੇ ਤੇ ਜੇ ਕਿਤੇ ਬੱਚੇ ਜਨਵਰੀ 31 ਦਸੰਬਰ ਦੀ ਰਾਤ ਨੂੰ ਇਕੱਠੇ ਹੋ ਸਕਦੇ ਨੇ ਤਾਂ ਕੁਦਰਤੀ ਤੌਰ ਦੇ ਉੱਤੇ ਉਪਰਾਲੇ ਹੋਣਗੇ ਤਾਂ ਬੱਚੇ ਜੋ ਨੇ ਉਹ ਪਹਿਲੀ ਚੇਤ ਨੂੰ ਵੀ ਇਕੱਠੇ ਹੋ ਸਕਦੇ ਨੇ, ਉਹ ਜੋ ਨੇ ਗੁਰੂ ਦੇ ਵਿਰਸੇ ਨਾਲ ਜੁੜ ਸਕਦੇ ਨੇ, ਆਪਣੇ ਸਿਧਾਂਤ ਨਾਲ ਜੁੜ ਸਕਦੇ ਨੇ, ਆਪਣੇ ਧਰਮ ਦਾ ਜੋ ਫਲਸਫਾ ਉਹਨੂੰ ਸਮਝ ਸਕਦੇ ਨੇ। ਤਾਂ ਕੋਸ਼ਿਸ਼ ਕਰਨੀ ਪਵੇਗੀ ਸਾਰਿਆਂ ਨੂੰ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਉਹੀ ਬਾਤ ਕਰ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਕਦਮ ਚੰਗਾ ਜਿਹਦੇ ਚੋਂ ਚੰਗਿਆਈ ਨਿਕਲੇ ਤੇ ਜੇਕਰ 31 ਦਸੰਬਰ ਨੂੰ ਉਚੇਚੇ ਦੀਵਾਨ ਕਰਕੇ ਨੌਜਵਾਨੀ ਨੂੰ ਉਧਰ ਜੋੜਿਆ ਜਾਏ ਤਾਂ ਜੇ ਉਹ ਪੱਬਾਂ ਕਲੱਬਾਂ ਤੋਂ ਹਟ ਕੇ ਗੁਰੂ ਦੀ ਗੱਲ ਸੁਣਨ ਤਾਂ ਇਹ ਬੜੀ ਫਾਇਦੇਮੰਦ ਗੱਲ ਹੈ, ਲਾਹੇਵੰਦ ਗੱਲ ਹੈ। ਬਾਕੀ ਰਹੀ ਗੱਲ ਕਿ ਇੰਟਰਨੈਸ਼ਨਲ ਡੀਲਿੰਗਸ ਲਈ ਸਾਨੂੰ ਇਸ ਈਸਵੀ ਕੈਲੰਡਰ ਤੇ ਡਿਪੈਂਡ ਕਰਨਾ ਪੈਂਦਾ ਕਿਉਂਕਿ ਜਿਵੇਂ ਵੀਰ ਜੀ ਨੇ ਦੱਸਿਆ ਕਿ 96.5% ਲੋਕ ਜਿਹੜੇ ਨੇ ਉਹਨਾਂ ਨੇ ਇਹਨੂੰ ਐਕਸੈਪਟ ਕੀਤਾ ਹੈ। ਸੋ ਇਸ ਕਰਕੇ ਸਾਨੂੰ ਇੰਟਰਨੈਸ਼ਨਲ ਡੀਲਿੰਗਸ ਦੇ ਲਈ ਇਸ ਕੈਲੰਡਰ ਦਾ ਸਹਾਰਾ ਲੈਣਾ ਪੈਂਦਾ, ਪਰ ਸਾਨੂੰ ਆਪਣਾ ਜਿਹੜਾ ਮੂਲ ਨਾਨਕਸ਼ਾਹੀ ਦਿਨ ਹੈ ਉਸ ਨੂੰ ਵੀ ਜ਼ਰੂਰ ਯਾਦ ਰੱਖਣਾ ਚਾਹੀਦਾ। ਮੈਂ ਬੇਨਤੀ ਕਰਦੇ ਹਾਂ ਕਿ ਥਾਈਲੈਂਡ ਔਰ ਚਾਈਨਾ ਜਿਹੜੇ ਨੇ ਇਹ ਦੋ ਦੇਸ਼, ਇਹ ਆਪਣਾ ਨਵਾਂ ਸਾਲ ਇਹਨਾਂ ਦਾ ਜਿਹੜਾ ਉਹ 1 ਜਨਵਰੀ ਤੋਂ ਨਹੀਂ ਸ਼ੁਰੂ ਹੁੰਦਾ, ਉਹ ਵੱਖਰੇ ਵੱਖਰੇ ਦਿਨ ਹੁੰਦਾ ਤਾਂ ਉਹਨੂੰ ਉਹ ਬੜੇ ਧੂਮਧਾਮ ਨਾਲ ਮਨਾਉਂਦੇ ਨੇ। ਚਾਈਨੀਜ਼ ਈਅਰ ਉਹਦਾ ਨਾਂ ਹੈ ਔਰ ਉਹਨੂੰ ਪੂਰਾ ਇੱਕ ਹਫ਼ਤਾ ਜਿਹੜਾ ਮਨਾਇਆ ਜਾਂਦਾ। ਉਂਝ ਉਹ ਡੀਲਿੰਗਸ ਲਈ ਇੰਟਰਨੈਸ਼ਨਲ ਡੀਲਿੰਗ ਈਸਵੀ ਜਿਹੜਾ ਕੈਲੰਡਰ ਹੈ ਉਹਦਾ ਸਹਾਰਾ ਲੈਂਦੇ ਨੇ, ਪਰ ਆਪਣੇ ਤੌਰ ਤੇ ਇੱਕ ਦਿਨ ਨਹੀਂ ਉਹ ਪੂਰਾ ਹਫ਼ਤਾ ਮਨਾਉਂਦੇ ਨੇ ਤਾਂ ਜੇ ਆਪਣੀ ਕਮਿਊਨਿਟੀ ਨੂੰ ਪਤਾ ਲੱਗ ਜਾਏ ਕਿ ਸਾਡਾ ਚਾਈਨੀਜ਼ ਈਅਰ ਹੈ, ਕਿੱਥੋਂ ਸਾਡੀ ਸਭਿਅਤਾ ਸ਼ੁਰੂ ਹੋਈ ਸੀ। ਤਾਂ ਇਸੇ ਤਰ੍ਹਾਂ ਸਾਨੂੰ ਵੀ ਜਿੱਥੇ 31 ਦਸੰਬਰ ਦੇ ਪ੍ਰੋਗਰਾਮ ਇਸ ਕਰਕੇ ਕਰਨੇ ਨੇ ਕਿ ਸਾਡੇ ਨੌਜਵਾਨ ਜਾਂ ਬਾਕੀ ਵੀਰ ਭੈਣ ਕੋਈ ਜਿਹੜੇ ਨੇ ਹੋਰ ਪਾਸੇ ਜਾਣ ਦੀ ਥਾਂ ਤੇ ਸੰਗਤ ਵਿੱਚ ਆ ਕੇ ਬੈਠਣ ਤੋਂ ਸੰਗਤ ਦਾ ਲਾਹਾ ਲੈਣ। ਉੱਥੇ ਨਾਲ ਹੀ ਸਾਨੂੰ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਕਿ ਨਾਨਕਸ਼ਾਹੀ ਸੰਮਤ ਜਿਹੜੀ ਹੈ ਉਹ ਵੀ ਯਾਦ ਕਰਾਉਣ ਲਈ ਉਹਨਾਂ ਨੂੰ ਚੇਤੇ ਰਵੇ, ਉਹਨਾਂ ਦੇ ਵੀ ਗੁਰਦੁਆਰਿਆਂ ਵਿੱਚ ਸਪੈਸ਼ਲ ਪ੍ਰੋਗਰਾਮ ਹੋਣੇ ਚਾਹੀਦੇ ਨੇ। ਔਰ ਮੈਂ ਦੱਸਦੇ ਹਾਂ, ਬੇਨਤੀ ਕਰਦੇ ਹਾਂ ਕਿ ਪਿਛਲੇ ਸ਼ਾਇਦ 5-6 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਨਾਨਕਸ਼ਾਹੀ ਸੰਮਤ ਦੀ ਆਮਦ ਤੇ ਮੰਜੀ ਸਾਹਿਬ ਇੱਕ ਸਪੈਸ਼ਲ ਦੀਵਾਨ ਕਰਾਉਣ ਦਾ ਉਪਰਾਲਾ ਕੀਤਾ, ਜਿਹੜਾ ਬੜਾ ਅੱਛਾ ਉਪਰਾਲਾ ਹੈ। ਸਾਨੂੰ ਵੀ ਆਪਣੇ ਗੁਰਦੁਆਰਿਆਂ ਵਿੱਚ ਜਿੱਥੇ ਆਪਾਂ ਰਹਿੰਦੇ ਹਾਂ ਆਲੇ ਦੁਆਲੇ ਉੱਥੇ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੇ ਆਪਣੀ ਸਭਿਆ ਜਿਹੜੀ ਸਾਡੀ ਸੱਭਿਆਚਾਰ ਹੈ ਉਹਦੇ ਨਾਲ ਵੀ ਸਾਡੀ ਜਿਹੜੀ ਜਨਰੇਸ਼ਨਸ ਨੇ ਉਹ ਜੁੜੀਆਂ ਰਹਿਣ। ਤਾਂ ਧੰਨਵਾਦ ਹੈ ਵੀਰ ਮਨਮੋਹਨ ਸਿੰਘ ਜੀ ਦਾ, ਕਿਉਂਕਿ ਉਹਨਾਂ ਦੇ ਤੁਹਾਨੂੰ ਪਤਾ ਹੀ ਨੈਟਵਰਕ ਦੀ ਪ੍ਰੋਬਲਮ ਅਕਸਰ ਰਹਿੰਦੀ ਹੈ, ਤਾਂ ਉਹਨਾਂ ਦੀ ਅਸੀਂ ਹਮੇਸ਼ਾ ਵਾਇਸ ਰਿਕਾਰਡਿੰਗ ਆਪ ਨੂੰ ਸੁਣਾਉਂਦੇ ਹਾਂ, ਭਾਵੇਂ ਉਹ ਆਪ ਵਿੱਚ ਸੰਗਤ ਵਿੱਚ ਹਾਜ਼ਰ ਨੇ, ਪਰ ਕਿਉਂਕਿ ਨੈਟ ਦੀ ਪ੍ਰੋਬਲਮ ਕਰਕੇ ਗੜਬੜ ਹੋ ਜਾਂਦੀ ਹੈ ਤਾਂ ਉਹਨਾਂ ਦੀ ਵਾਇਸ ਰਿਕਾਰਡਿੰਗ ਜਿਹੜੀ ਹੈ ਆਪ ਜੀ ਨੂੰ ਸੁਣਾਈ ਹੈ। ਮਨਮੋਹਨ ਸਿੰਘ ਜੀ ਦਾ ਧੰਨਵਾਦ। ਤਾਂ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪਾਂ ਪਹਿਲੇ ਗੱਲ ਕੀਤੀ ਸੀ ਕਿ ਲਫ਼ਜ਼ ਜਿਹੜਾ ਹੈ ਬਰਮਾ ਤੇ ਬ੍ਰਹਮਾ ਉਚਾਰਨ ਵਿੱਚ ਸਾਨੂੰ ਮਤਲਬ ਵੀ ਗਲਤੀ ਨਾ ਲੱਗੇ, ਇਸੇ ਤਰ੍ਹਾਂ ਕਈ ਚੀਜ਼ਾਂ ਐਸੀਆਂ ਨੇ ਜੋ ਮੈਂ ਪਹਿਲੇ ਵੀ ਬੇਨਤੀ ਕਰ ਚੁੱਕਾ, ਜਿਹੜੀਆਂ ਅਸੀਂ ਕਰਦੇ ਰਹੀਏ ਉਹ ਸਾਡੇ ਜ਼ਬਾਨ ਤੇ ਉਸੇ ਤਰ੍ਹਾਂ ਚੜ ਜਾਂਦੀਆਂ ਨੇ ਤੇ ਇੰਜ ਲੱਗਦਾ ਜਿਵੇਂ ਉਹ ਠੀਕ ਨੇ। ਤਾਂ ਇਸੇ ਤਰ੍ਹਾਂ ਇੱਕ ਬਾਣੀ ਜਿਹੜੀ ਆਪਾਂ ਨਿਤਨੇਮ ਦੀ ਬਾਣੀ ਹੈ ਸੋਹਿਲਾ, ਤੁਸੀਂ ਦੇਖਿਆ ਹੋਣਾ ਕਿ ਕਈਆਂ ਗੁਟਕਿਆਂ 'ਚ ਵੀ ਛਪਿਆ ਹੁੰਦਾ ਕੀਰਤਨ ਸੋਹਿਲਾ, ਔਰ ਬਹੁਤ ਗਿਣਤੀ ਜਿਹੜੀ ਹੈ ਉਹ ਹਮੇਸ਼ਾ ਲਫ਼ਜ਼ ਹੀ ਬਣ ਗਏ ਕੀਰਤਨ ਸੋਹਿਲਾ ਦਾ ਪਾਠ ਕਰਨਾ, ਕੀਰਤਨ ਸੋਹਿਲਾ ਦਾ ਪਾਠ ਕਰਨਾ, ਜਦ ਕਿ ਲਫ਼ਜ਼ ਜਿਹੜਾ ਕੀਰਤਨ ਸੋਹਿਲਾ ਨਹੀਂ ਸੋਹਿਲਾ ਹੈ। ਪਰ ਇਹ ਉਚਾਰਨ ਜਿਹੜਾ ਕਿਉਂਕਿ ਬਹੁਤ ਮਸ਼ਹੂਰ ਹੋ ਚੁੱਕਿਆ ਹੈ, ਤਾਂ ਇਹਦੇ ਬਾਰੇ ਮੈਂ ਬੇਨਤੀ ਕਰ ਰਿਹਾ ਵੀਰ MP ਸਿੰਘ ਜੀ ਨੂੰ ਵੀ ਇਹ ਕਲੀਅਰ ਕਰਨ ਵੀ ਬਾਣੀ ਦਾ ਨਾਂ ਜਿਹੜਾ ਕੀਰਤਨ ਸੋਹਿਲਾ ਹੈ ਕਿ ਸੋਹਿਲਾ। ਵੀਰ MP ਸਿੰਘ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਦੇ ਸਾਹਮਣੇ ਸਕਰੀਨ ਦੇ ਉੱਤੇ ਨਜ਼ਰ ਆ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 12 ਦੇ ਉੱਪਰ ਇਹ ਬਾਣੀ ਦਰਜ ਹੈ ਔਰ ਇਹਦਾ ਸਿਰਲੇਖ ਹੈ ਸੋਹਿਲਾ ਰਾਗ ਗੌੜੀ ਦੀਪਕੀ ਮਹਿਲਾ ਪਹਿਲਾ। ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜਾ ਬਾਣੀਆਂ ਦੇ ਆਰੰਭ ਦੇ ਵਿੱਚ ਤਤਕਰਾ ਹੈ, ਉੱਥੇ ਵੀ ਨਾਮ ਜਿਹੜਾ ਹੈ ਉਹ ਸੋਹਿਲਾ ਹੀ ਦਰਜ ਹੈ। ਔਰ ਇੱਥੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਕਿ ਬਾਣੀ ਦੇ ਉੱਪਰ ਜੋ ਸਿਰਲੇਖ ਹੈ ਉੱਥੇ ਵੀ ਲਫ਼ਜ਼ ਸੋਹਿਲਾ ਹੀ ਲਿਖਿਆ ਗਿਆ ਹੈ, ਕੀਰਤਨ ਸੋਹਿਲਾ ਕਿਤੇ ਨਹੀਂ ਲਿਖਿਆ ਹੋਇਆ। ਤਾਂ ਫਿਰ ਇਹ ਕੀਰਤਨ ਸੋਹਿਲਾ ਸਾਡੇ ਵਿੱਚ ਪ੍ਰਚਲਿਤ ਹੋ ਕਿਵੇਂ ਗਿਆ? ਇਹ ਸਿਰਫ ਥੋੜੀ ਜਿਹੀ ਲਾਪਰਵਾਹੀ ਜਾਂ ਬੇਧਿਆਨੀ ਕਰਕੇ ਹੋਇਆ ਹੈ। ਕਾਰਨ ਇਹ ਹੈ ਕਿ ਸਾਡਾ ਇਹ ਮਰਿਆਦਾ ਸੀ ਕਿ ਸ਼ਾਮ ਨੂੰ ਸੋਦਰ
ਔਰ ਆਰਤੀ ਜਿਹੜੀ ਹੈ ਉਹ ਸ਼ਾਮ ਦੇ ਦੀਵਾਨ ਵਿੱਚ ਹੋਇਆ ਕਰਦੀ ਸੀ। ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਵੀ ਲਫ਼ਜ਼ ਆਉਂਦੇ ਹਨ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਉਹ ਹੁੰਦਾ ਕੀ ਸੀਗਾ ਵੀ ਸ਼ਾਮ ਦੇ ਦੀਵਾਨ ਵਿੱਚ ਸੋਦਰ ਦਾ ਪਾਠ ਹੁੰਦਾ ਸੀ। ਉਸ ਤੋਂ ਬਾਅਦ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਹੀ ਜਿਹੜਾ ਸੋਹਿਲੇ ਦੀ ਬਾਣੀ ਦੇ ਅੰਦਰ ਆਰਤੀ ਦਾ ਸ਼ਬਦ ਹੈ ਉਹਦਾ ਕੀਰਤਨ ਕੀਤਾ ਜਾਂਦਾ ਸੀਗਾ। ਉਹ ਇਹ ਆਰਤੀ ਕਿਉਂਕਿ ਕੀਰਤਨ ਰੂਪ ਵਿੱਚ ਗਾਈ ਜਾਂਦੀ ਸੀ, ਸਿਰਫ ਉਦੋਂ ਆਰਤੀ ਦਾ ਇੱਕੋ ਹੀ ਸ਼ਬਦ ਹੁੰਦਾ ਸੀ ਜੋ ਤਨਾਸਰੀ ਰਾਗ ਦੇ ਅੰਦਰ ਹੈ ਔਰ ਜੋ ਸੋਹਿਲੇ ਦੀ ਬਾਣੀ ਅੰਦਰ ਵੀ ਸ਼ਬਦ ਅੰਕਿਤ ਹੈ। ਜਿਹੜੇ ਅੱਜ ਵਾਲੀ ਤੁਸੀਂ ਆਰਤੀ ਸੁਣਦੇ ਹੋ ਜਿਹਦੇ ਚ ਕਈ ਸਾਰੇ ਸ਼ਬਦ ਹਨ, ਉਹ ਰੂਪ ਆਰਤੀ ਦਾ ਨਹੀਂ ਸੀਗਾ। ਉਹ ਕਿਉਂਕਿ ਹੁਣ ਆਰਤੀ ਦਾ ਲਫ਼ਜ਼ ਕੀਰਤਨ ਰੂਪ ਵਿੱਚ ਗਾਇਆ ਜਾਂਦਾ ਸੀ ਤੇ ਇਹ ਸ਼ਬਦ ਸੋਹਿਲੇ ਦੀ ਬਾਣੀ ਦੇ ਅੰਦਰ ਵੀ ਹੈ। ਤਾਂ ਅਰਦਾਸ ਵੇਲੇ ਜਿਹੜਾ ਅਰਦਾਸੀਆ ਸਿੰਘ ਸੀ ਕਈ ਵਾਰੀ ਇਸ ਤਰ੍ਹਾਂ ਅਰਦਾਸ ਕਰ ਦਿੰਦਾ ਸੀਗਾ ਜੀ, ਕੀਰਤਨ ਤੇ ਸੋਹਿਲੇ ਦੀ ਅਰਦਾਸ ਹੈ। ਉਹ ਕੀਰਤਨ ਤੇ ਸੋਹਿਲੇ ਦੀ ਬਜਾਏ ਲੋਕਾਂ ਨੇ ਕੀਰਤਨ ਸੋਹਿਲੇ ਦੀ ਅਰਦਾਸ ਸਮਝ ਲਿਆ ਤੇ ਬਾਣੀ ਦਾ ਨਾਮ ਵੀ ਕੀਰਤਨ ਸੋਹਿਲਾ ਉਹਨਾਂ ਦੇ ਦਿਮਾਗਾਂ 'ਚ ਬੈਠ ਗਿਆ ਔਰ ਇਹ ਪ੍ਰਚਲਿਤ ਹੋ ਗਿਆ। ਔਰ ਫਿਰ ਕਈ ਸਾਰੇ ਗੁਟਕਿਆਂ ਵਿੱਚ ਵੀ ਜਿਹੜੇ ਪ੍ਰਾਈਵੇਟ ਪਬਲਿਸ਼ਰ ਸਨ ਉਹਨਾਂ ਨੇ ਕੀਰਤਨ ਸੋਹਿਲਾ ਸਿਰਲੇਖ ਛਾਪ ਦਿੱਤਾ। ਇਹ ਸਿਰਫ ਇੱਕ ਭੁਲੇਖੇ ਦੇ ਅਧੀਨ ਨਾਮ ਐਡ ਹੋ ਗਿਆ ਹੈ। ਬਾਣੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਗੁਰੂ ਅਰਜਨ ਪਾਤਸ਼ਾਹ ਨੇ ਆਪ ਦਰਜ ਕੀਤਾ ਹੈ ਉਹ ਸੋਹਿਲਾ ਹੀ ਹੈ। ਤਤਕਰੇ ਦੇ ਅੰਦਰ ਵੀ ਸੋਹਿਲਾ ਹੈ ਤੇ ਬਾਣੀ ਦੇ ਉੱਪਰ ਸਿਰਲੇਖ ਵੀ ਸੋਹਿਲਾ ਹੈ। ਤਾਂ ਇਸ ਗੱਲ ਦੇ ਬਾਰੇ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਸਾਧ ਸੰਗਤ ਜੀ, ਵੀਰ ਜੀ ਨੇ ਗੱਲ ਬੜੀ ਕਲੀਅਰ ਕੀਤੀ ਹੈ ਕਿ ਬਾਣੀ ਦਾ ਨਾਮ ਸੋਹਿਲਾ। ਤੋ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ ਕਿ ਜੇਕਰ ਅਸੀਂ ਬਾਣੀ ਦਾ ਨਾਮ ਹੀ ਗਲਤ ਲੈਂਦੇ ਹਾਂ ਤੇ ਇਹਦਾ ਮਤਲਬ ਇਹ ਹੈ ਕਿ ਅਸੀਂ ਬਹੁਤ ਜ਼ਿਆਦਾ ਅਵੇਸਲੇ। ਇਹ ਸਾਡਾ ਅਵੇਸਲਾਪਣ ਹੈ। ਔਰ ਦੂਸਰੀ ਗੱਲ ਇਹ ਹੈ, ਜਿਵੇਂ ਵੀਰ ਜੀ ਨੇ ਦੱਸਿਆ, ਤੁਸੀਂ ਦੇਖੋਗੇ ਕਿ ਬਹੁਤ ਸਾਰਿਆਂ ਗੁਟਕਿਆਂ ਤੇ ਵੀ ਇਹ ਕੀਰਤਨ ਸੋਹਿਲਾ ਲਫ਼ਜ਼ ਲਿਖਿਆ। ਤੋ ਇਹ ਜਿਹੜੀ ਚੀਜ਼ ਪ੍ਰਚਲਿਤ ਹੋ ਜਾਂਦੀ ਹੈ। ਹਾਲਾਂਕਿ ਸਾਡੀ ਜਿਹੜੀ ਸਿਰਮੌਰ ਸੰਸਥਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੂੰ ਇਹਨਾਂ ਗੱਲਾਂ ਦਾ ਨੋਟਿਸ ਲੈਣਾ ਚਾਹੀਦਾ। ਔਰ ਜਿਹੜੇ ਪਬਲਿਸ਼ਰ ਇਸ ਤਰ੍ਹਾਂ ਛਾਪਦੇ ਨੇ, ਜਿਹੜੇ ਬਾਣੀ ਦਾ ਹੈਡਿੰਗ ਟਾਈਟਲ ਹੀ ਗਲਤ ਲਿਖਦੇ ਨੇ, ਉਹਨਾਂ ਨੂੰ ਜ਼ਰੂਰ ਤਾੜਨਾ ਕਰਨੀ ਚਾਹੀਦੀ ਹੈ, ਮਨਾ ਕਰਨਾ ਚਾਹੀਦਾ ਹੈ। ਜੇ ਘੱਟੋ ਘੱਟ ਵੈਸੇ ਤਾਂ ਜੇ ਕੇਂਦਰੀ ਤੌਰ ਤੇ ਛਪਾਈ ਹੋਵੇ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪਹਿਲੇ ਪ੍ਰਾਈਵੇਟ ਪਬਲਿਸ਼ਰ ਛਾਪਦੇ ਸਨ ਤਾਂ ਉਹਨਾਂ 'ਚ ਕਈ ਗਲਤੀਆਂ ਰਹਿ ਜਾਂਦੀਆਂ ਸਨ। ਤਾਂ ਕਾਫੀ ਸਮੇਂ ਤੋਂ ਫਿਰ ਇਹ ਫੈਸਲਾ ਹੋ ਗਿਆ ਅਕਾਲ ਤਖਤ ਸਾਹਿਬ ਵੱਲੋਂ ਵੀ ਬਈ ਕੋਈ ਵੀ ਪ੍ਰਾਈਵੇਟ ਪਬਲਿਸ਼ਰ ਜਿਹੜਾ ਨਹੀਂ ਛਾਪੇਗਾ। ਇਸੇ ਤਰ੍ਹਾਂ ਗੁਟਕਿਆਂ ਬਾਰੇ ਜੇ ਬਾਹਰ ਛਾਪਣੇ ਵੀ ਨੇ ਤਾਂ ਘੱਟੋ ਘੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਹੈ ਕਿ ਜੇ ਛਪੇ ਤਾਂ ਬਿਲਕੁਲ ਠੀਕ ਛਪਣੇ ਚਾਹੀਦੇ ਨੇ। ਇਸੇ ਤਰ੍ਹਾਂ ਭੁਲੇਖੇ ਬੜੇ ਨੇ। ਹੁਣ ਆਸਾ ਕੀ ਵਾਰ ਹੈ, ਪਰ ਆਮ ਤੌਰ ਤੇ ਅਸੀਂ ਸਾਡੇ ਮੂੰਹੋਂ ਨਿਕਲ ਜਾਂਦਾ ਆਸਾ ਦੀ ਵਾਰ। ਔਰ ਕਈ ਵਾਰੀ ਗੁਰਦੁਆਰਾ ਸਾਹਿਬ 'ਚ ਅਨਾਉਂਸਮੈਂਟ ਵੀ ਹੋਏਗੀ ਔਰ ਕਈ ਵਾਰੀ ਤਾਂ ਮੈਂ ਦੇਖਦਾ ਜਿਹੜੇ ਗੁਰਪੁਰਬਾਂ ਦੇ ਇਸ਼ਤਿਹਾਰ ਛਪਦੇ ਨੇ ਉਹਨਾਂ ਤੇ ਵੀ ਲਿਖਿਆ ਹੁੰਦਾ ਆਸਾ ਦੀ ਵਾਰ ਫਲਾਣੇ ਕੀਰਤਨ ਸਿੰਘ ਕਰਨਗੇ। ਮਤਲਬ ਇਹ ਵੀ ਲਿਖਣ 'ਚ ਵੀ ਆ ਗਿਆ। ਤੇ ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਡੈਕਸ, ਜਿਵੇਂ ਵੀਰ MP ਸਿੰਘ ਜੀ ਨੇ ਦੱਸਿਆ ਹੈ, ਇੰਡੈਕਸ ਵਿੱਚ ਵੀ ਸੋਹਿਲਾ ਹੀ ਹੈ ਔਰ ਬਾਣੀ ਦਾ ਸਿਰਲੇਖ ਵੀ ਸੋਹਿਲਾ ਹੀ ਹੈ। ਫਿਰ ਕੀਰਤਨ ਸੋਹਿਲਾ ਕਿਵੇਂ ਪੜ੍ਹਿਆ ਜਾਣਾ? ਇਸੇ ਤਰ੍ਹਾਂ ਆਸਾ ਦੀ ਵਾਰ ਕਿਹਾ ਜਾਂਦਾ ਜਦ ਕਿ ਨਾਮ ਆਸਾ ਕੀ ਵਾਰ। ਮੈਂ ਬਹੁਤ ਸਾਰੀਆਂ ਪੋਥੀਆਂ ਵੀ ਦੇਖੀਆਂ ਨੇ, ਉਹਨਾਂ ਤੇ ਵੀ ਆਸਾ ਦੀ ਵਾਰ ਹੀ ਲਿਖਿਆ। ਤੇ ਇਸ ਕਰਕੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿਹੜੀ ਚੀਜ਼ ਠੀਕ ਹੈ ਔਰ ਠੀਕ ਚੀਜ਼ ਜਿਹੜੀ ਉਹ ਪ੍ਰਚਲਿਤ ਹੋਣੀ ਚਾਹੀਦੀ ਹੈ। ਸਾਡਾ ਹਰੇਕ ਦਾ ਫਰਜ਼ ਬਣਦਾ ਹੈ ਵੀ ਜਿੱਥੇ ਸਾਨੂੰ ਊਣਤਾਈ ਲੱਭੇ ਉਹ ਸਾਨੂੰ ਪੁਆਇੰਟ ਆਊਟ ਕਰਨੀ ਚਾਹੀਦੀ ਹੈ, ਉਹਨੂੰ ਡਿਸਕਸ ਕਰਨਾ ਚਾਹੀਦਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਉਣੀ ਚਾਹੀਦੀ ਹੈ ਕਿ ਉਹਨਾਂ ਦਾ ਫਰਜ਼ ਹੈ ਇਹੋ ਜਿਹੀਆਂ ਚੀਜ਼ਾਂ ਨੂੰ ਜ਼ਰੂਰ ਆਪਣੇ ਧਿਆਨ ਵਿੱਚ ਰੱਖਣ ਔਰ ਸੋਧ ਕਰਾਉਣ। ਤੋ ਧੰਨਵਾਦ ਹੈ ਵੀਰ MP ਸਿੰਘ ਜੀ ਆਪ ਜੀ ਦਾ। ਤੋ ਸਾਧ ਸੰਗਤ, ਅਗਲਾ ਸ਼ਬਦ ਜਿਹੜਾ ਹੈ ਉਹ ਫਿਰ ਗੁਰਬਾਣੀ ਦੇ ਉਚਾਰਨ ਨਾਲ ਸੰਬੰਧਿਤ। ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਦੇਖਦੇ ਹਾਂ ਜੱਜੇ ਨੂੰ ਕੰਨਾ ਔਰ ਦੂਸਰਾ ਲਫ਼ਜ਼ ਜਿਹੜਾ ਤੱਤੇ ਨੂੰ ਕੰਨਾ। ਇਹ ਗੁਰਬਾਣੀ 'ਚ ਬੜੀ ਵਾਰੀ ਆਉਂਦਾ, ਜੱਜੇ ਨੂੰ ਕੰਨਾ ਤੇ ਤੱਤੇ ਨੂੰ ਕੰਨਾ। ਹੁਣ ਕਿਤੇ ਤਾਂ ਜਾ ਤੇ ਤਾ ਪੜ੍ਹਿਆ ਜਾਂਦਾ ਹੈ, ਕਿਤੇ ਜਾਂ ਤੇ ਤਾਂ ਪੜ੍ਹਿਆ ਜਾਂਦਾ ਹੈ। ਇਹਨਾਂ ਵਿੱਚ ਕੀ ਫਰਕ ਹੈ, ਕਿਵੇਂ ਪੜ੍ਹੀਏ? ਮੈਂ ਬੇਨਤੀ ਕਰ ਰਿਹਾ ਵੀਰ ਜਗੀਰ ਸਿੰਘ ਜੀ ਨੂੰ ਕਿ ਉਹ ਸਾਨੂੰ ਇਹਦੇ ਬਾਰੇ ਚਾਨਣਾ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਡੀਓ WhatsApp ਦੇ ਉੱਤੇ ਤੁਹਾਨੂੰ ਭੇਜਿਆ ਸੀਗਾ ਜੀ, ਉਹਨੂੰ ਸ਼ੋ ਕਰ ਦੇਣਾ ਜੀ ਸਲਾਈਡ, ਪਹਿਲਾਂ ਰਹਿ ਗਿਆ ਜੀ। ਅੱਛਾ ਜੀ, ਹਰਜੀਤ ਸਿੰਘ ਜੀ ਦੇਖੋ ਜੀ। ਹਾਂਜੀ, ਹਰਜੀਤ ਸਿੰਘ ਨੂੰ ਵੀ ਭੇਜਿਆ ਸੀਗਾ ਜੀ, ਆਪਣੇ MP ਸਿੰਘ ਨੂੰ ਭੇਜਿਆ ਜੀ, ਤੁਹਾਨੂੰ ਵੀ ਭੇਜਿਆ ਸੀਗਾ ਜੀ। ਉਹਨੂੰ ਨਾਲ ਦੀ ਨਾਲ ਡਿਸਪਲੇ ਕਰ ਦਿਓ ਜੀ। ਚਲੋ ਤੁਸੀਂ ਸ਼ੁਰੂ ਕਰੋ ਜੀ, MP ਸਿੰਘ ਜੀ ਕਰਦੇ ਨੇ।
ਹਾਂਜੀ ਵੀਰ ਜੀ ਜੀ ਦੇਖੋ ਜਾਤ ਤੇ ਤਾ ਗੁਰਬਾਣੀ ਵਿੱਚ ਦੋ ਰੂਪਾਂ ਵਿੱਚ ਆਉਂਦੇ ਹਨ, ਇੱਕ ਯੋਜਕ ਦੇ ਰੂਪ ਵਿੱਚ ਜਾਂ ਪੜਨਾਉ ਦੇ ਰੂਪ ਵਿੱਚ। ਯੋਜਕ ਉਹ ਹੁੰਦਾ ਜਿਹੜਾ ਦੋ ਸ਼ਬਦਾਂ ਨੂੰ ਜੋੜੇ ਜਾਂ ਦੋ ਵਾਕਾਂ ਨੂੰ ਜੋੜੇ। ਪੜਨਾਉ ਉਹ ਹੁੰਦਾ ਜਿਹੜਾ ਕਿਸੇ ਨਾਂ ਦੀ ਥਾਂ ਵਰਤਿਆ ਜਾਵੇ। ਇਸ ਲਈ ਜਿਹੜਾ ਜਾ ਤੇ ਤਾ ਹੈਗਾ ਇਹ ਦੋਨੇ ਰੂਪਾਂ ਵਿੱਚ ਆਉਂਦਾ, ਯੋਜਕ ਰੂਪ ਵਿੱਚ ਵੀ ਆਉਂਦਾ ਤੇ ਦੂਜਾ ਪੜਨਾਉ ਦੇ ਰੂਪ ਵਿੱਚ ਵੀ ਆਉਂਦਾ। ਹੁਣ ਇਹਦੇ ਨਿਯਮ ਇਹ ਨੇ ਜੀ ਵੀ ਜੇਕਰ ਇਹ ਸ਼ਬਦ ਯੋਜਕ ਦੇ ਰੂਪ ਵਿੱਚ ਆਉਣ ਤਾਂ ਇਹਨਾਂ ਦਾ ਉਚਾਰਨ ਜਾਂ ਤਾਂ ਹੋਵੇਗਾ, ਇਹ ਬਿੰਦੀ ਸਹਿਤ ਹੋਵੇਗਾ, ਬਿੰਦੀ ਲਾ ਕੇ ਇਹਦਾ ਉਚਾਰਨ ਹੋਏਗਾ। ਜੇ ਇਹ ਸ਼ਬਦ ਯੋਜਕ ਦੇ ਰੂਪ ਵਿੱਚ ਆਉਣ ਤਾਂ ਇਹਨਾਂ ਦਾ ਉਚਾਰਨ ਜਾਂ ਤਾਂ ਬਿੰਦੀ ਲਾ ਕੇ ਹੀ ਹੋਵੇਗਾ। ਐਗਜ਼ਾਮਪਲਾਂ ਹੈ, ਨਾਨਕ ਜਾਂ ਭਾਵੈ ਤਾਂ ਲਏ ਸਮਾਏ। ਇੱਥੇ ਜਾ ਤੇ ਤਾ ਲਿਖਿਆ, ਇਹਦੇ ਵਿੱਚ ਆਪਾਂ ਨੇ ਜਾਂ ਤੇ ਤਾਂ ਉਚਾਰਨ ਕਰਨਾ। ਅਰਥ ਹੋ ਜਾਂਦੇ ਹਨ ਜਦੋਂ, ਜਾ ਦਾ ਮਤਲਬ ਜਦੋਂ, ਤਾ ਦਾ ਮਤਲਬ ਤਦੋਂ, ਤੇ ਉਚਾਰਨ ਹੋਏਗਾ ਜਾਂ ਤਾਂ। ਇਹ ਦੂਸਰੀ ਐਗਜ਼ਾਮਪਲ ਹੈ, ਤਿਸ ਭਾਵੈ ਤਾਂ ਕਰੇ ਵਿਸਥਾਰ। ਇਹ 'ਚ ਤਾ ਸ਼ਬਦ ਲਿਖਿਆ, ਇਹ ਵੀ ਯੋਜਕ ਹੈ, ਇਸ ਕਰਕੇ ਇਸ ਨੂੰ ਵੀ ਤਾਂ ਪੜ੍ਹਨਾ, ਤਾਂ ਨਹੀਂ ਪੜ੍ਹਨਾ, ਬਿੰਦੀ ਲਾ ਕੇ ਇਹਨੂੰ ਤਾਂ ਉਚਾਰਨ ਕਰਨਾ। ਤੀਸਰੀ ਐਗਜ਼ਾਮਪਲ ਹੈ, ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ। ਇਹ 'ਚ ਵੀ ਜਾਂ ਤੇ ਤਾਂ ਬਿੰਦੀ ਲਾ ਕੇ ਬਿੰਦੀ ਸਹਿਤ ਹੀ ਪਾਠ ਕਰਨਾ। ਇਹ ਸਾਰੇ ਯੋਜਕ ਨੇ, ਇੱਥੇ ਜਾਂ ਤੇ ਤਾਂ ਲਾ ਕੇ ਪਾਠ ਕਰਨਾ। ਇੱਦਾਂ ਅਸੀਂ ਦੇਖਣਾ ਸਾਰੀ ਗੁਰਬਾਣੀ ਵਿੱਚ ਜਿੱਥੇ ਵੀ ਅਸੀਂ ਪਾਠ ਕਰ ਰਹੇ ਹਾਂ ਵੀ ਇਹ ਜੇ ਯੋਜਕ ਹੈਗਾ ਤਾਂ ਜਾਂ ਤੇ ਤਾਂ ਪਾਠ ਲਾ ਕੇ ਪਾਠ ਕਰਨਾ, ਬਿੰਦੀ ਲਾ ਕੇ ਪਾਠ ਕਰਨਾ। ਹੁਣ ਅਗਲਾ ਨਿਯਮ ਇਹਦਾ ਹੈ, ਜੇਕਰ ਜਾਂ ਤੇ ਤਾਂ ਪੜਨਾਉ ਇੱਕ ਵਚਨ ਲਈ ਆਵੇ। ਹੁਣ ਇਹ ਦੇਖਣਾ ਹੀ ਫਿਰ ਧਿਆਨ ਨਾਲ, ਜੇਕਰ ਜਾ ਤੇ ਤਾ ਪੜਨਾਉ ਇੱਕ ਵਚਨ ਲਈ ਆਵੇ ਤਾਂ ਇਹਨਾਂ ਦਾ ਉਚਾਰਨ ਜਾ ਤਾ ਬਿੰਦੀ ਤੋਂ ਬਿਨਾਂ ਹੋਵੇਗਾ। ਜਿਵੇਂ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਨੌ, ਇਹਨੂੰ ਜਾਂ ਕਾ ਨੌ ਨਹੀਂ ਪੜਨਾ। ਜੇ ਜਾਂ ਕਾ ਨੌ ਪੜਾਂਗੇ ਫਿਰ ਤਾਂ ਬਣ ਜਾਊਗਾ ਉਹਨਾਂ ਦਾ ਨੌ, ਬਹੁ ਵਚਨ ਬਣ ਜਾਏਗਾ। ਇਸ ਕਰਕੇ ਇਹਨੂੰ ਜਾ ਕਾ ਨੌ ਪੜਨਾ। ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨੌ, ਉਚਾਰਨ ਹੈ ਜਾ ਕਾ, ਅਰਥ ਹੈ ਜਿਸ ਪ੍ਰਭੂ ਦਾ। ਦੂਜੀ ਐਗਜ਼ਾਮਪਲ ਹੈ, ਸਗਲ ਪੁਰਖ ਮੈਂ ਪੁਰਖ ਪ੍ਰਧਾਨ। ਇੱਥੇ ਪੁਰਖ ਇੱਕ ਵਚਨ ਵਾਸਤੇ ਆਇਆ ਤੇ ਸਗਲ ਪੁਰਖ ਨੇ ਸਾਰੇ ਪੁਰਖਾਂ ਦੇ ਵਿੱਚ ਉਹ ਪੁਰਖ ਪ੍ਰਧਾਨ ਹੈ। ਸਾਧ ਸੰਗ ਜਾ ਕਾ ਮਿਟੇ ਅਭਿਮਾਨ। ਇੱਥੇ ਪਾਠ ਜਾ ਕਾ ਕਰਨਾ, ਜਾ ਕਾ ਦਾ ਮਤਲਬ ਅਰਥ ਹੈ ਜਿਸ ਪੁਰਖ ਦਾ, ਇੱਕ ਵਚਨ ਵਾਸਤੇ ਆਇਆ ਹੈ। ਇਹਨੂੰ ਜਾ ਕੇ ਪਾਠ ਨਹੀਂ ਕਰਨਾ, ਜਾ ਕਾ ਪਾਠ ਕਰਨਾ, ਬਿਨਾਂ ਬਿੰਦੀ ਤੋਂ ਪਾਠ ਕਰਨਾ। ਤੀਜੀ ਐਗਜ਼ਾਮਪਲ ਹੈ, ਜੋ ਠਾਕੁਰ ਸਦ ਸਦਾ ਹਜੂਰੇ, ਤਾਂ ਕੋ ਅੰਧਾ ਜਾਣਤ ਦੂਰੇ। ਇਹ 'ਚ ਤਾਕੋ ਜਿਹੜਾ ਸ਼ਬਦ ਹੈਗਾ ਇਹ ਪ੍ਰਮਾਤਮਾ ਵਾਸਤੇ ਆਇਆ, ਠਾਕੁਰ ਵਾਸਤੇ ਆਇਆ, ਇੱਕ ਵਚਨ ਵਾਸਤੇ ਆਇਆ। ਇਹਦਾ ਉਚਾਰਨ ਅਸੀਂ ਬਿਨਾਂ ਬਿੰਦੀ ਤੋਂ ਤਾਕੋ, ਉਸ ਪ੍ਰਭੂ ਨੂੰ, ਮਤਲਬ ਤਾਕੋ ਪਾਠ ਕਰਨਾ। ਹੁਣ ਤੀਜਾ ਨਿਯਮ ਇਹਦਾ ਇਹ ਹੈਗਾ ਜੀ, ਜੇਕਰ ਜਾ ਤਾ ਪੜਨਾਉ ਬਹੁ ਵਚਨ ਹੋਵੇ ਜੀ, ਜੇਕਰ ਜਾ ਤਾ ਪੜਨਾਉ ਬਹੁ ਵਚਨ ਲਈ ਹੋਵੇ ਤਾਂ ਇਹਨਾਂ ਦਾ ਉਚਾਰਨ ਜਾਂ ਕਾ ਤਾਂ ਕਾ ਬਿੰਦੀ ਨਾਲ ਲਾਗੇ ਹੋਵੇਗਾ। ਜਿਵੇਂ ਜਾਂ ਕੈ ਹੀਐ ਜਿਉ ਪ੍ਰਭ ਨਾਮ, ਨਾਨਕ ਸਾਧ ਪੂਰਨ ਭਗਵਾਨ। ਇੱਥੇ ਬਹੁ ਵਚਨ ਦੀ ਗੱਲ ਹੋ ਰਹੀ ਹੈ। ਸਾਧ ਦਾ ਧੱਦਾ ਮੁਕਤਾ ਹੈਗਾ, ਬਹੁ ਵਚਨ ਹੈਗਾ। ਇੱਥੇ ਉਚਾਰਨ ਹੈ ਜਾਂ ਕੈ, ਇਹਨੂੰ ਜਾ ਕੇ ਨਹੀਂ ਪਾਠ ਕਰਨਾ ਕਿਉਂਕਿ ਬਹੁ ਵਚਨ ਵਾਸਤੇ ਹੈ। ਤੇ ਅਰਥ ਹੈ ਜਿਨ੍ਹਾਂ ਦੇ ਹਿਰਦਿਆਂ ਵਿੱਚ। ਜਾਂ ਕੈ ਹੀਐ ਦਿਓ ਪ੍ਰਭ ਨਾਮ, ਨਾਨਕ ਸਾਧ ਪੂਰਨ ਭਗਵਾਨ। ਇਹਦਾ ਉਚਾਰਨ ਜਾ ਕੈ ਨਹੀਂ ਕਰਨਾ, ਜਾਂ ਕੈ ਕਰਨਾ। ਦੂਜੀ ਹੈ, ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ। ਜੋ ਪੰਕਤੀ ਆ ਇਹਦੇ ਵਿੱਚ ਤਾਂ ਕੇ ਇਹ ਬਹੁ ਵਚਨ ਵਾਸਤੇ ਹੈਗਾ, ਇਹਨੂੰ ਤਾਂ ਕੇ ਪਾਠ ਨਹੀਂ ਕਰਨਾ, ਇੱਥੇ ਤਾਂ ਕੇ ਪਾਠ ਕਰਨਾ, ਮਤਲਬ ਉਹਨਾਂ ਦੇ। ਤੀਜੀ ਐਗਜ਼ਾਮਪਲ ਹੈ, ਧਨ ਧਨ ਤੇ ਜਨ ਜਹ ਘਟ ਬਸਿਓ ਹਰ ਨਾਉ, ਨਾਨਕ ਤਾਂ ਕਹਿ ਬਲ ਬਲ ਜਾਉ। ਇੱਥੇ ਜਿਹੜਾ ਜਨ ਹੈਗਾ, ਜੱਜਾ ਨੰਨਾ ਮੁਕਤਾ ਹੈਗਾ, ਬਹੁ ਵਚਨ ਵਾਸਤੇ ਹੈਗਾ।
ਤੇ ਇੱਥੇ ਵੀ ਜਿਹੜੇ ਹੈਗਾ ਨਾਨਕ ਤਾਂ ਕਹਿ ਪਾਠ ਕਰਨਾ, ਤਾਂ ਕੇ ਨਹੀਂ ਕਰਨਾ, ਕਿਉਂਕਿ ਬਹੁਤਿਆਂ ਦੀ ਗੱਲ ਹੋ ਰਹੀ ਹੈ। ਨਾਨਕ ਤਾਂ ਕਹਿ ਬਲ ਬਲ ਜਾਉ, ਇੱਥੇ ਤਾਂ ਕਹਿ ਮਤਲਬ ਉਹਨਾਂ ਦੇ। ਤੇ ਇਹ ਨੋਟ ਹੈਗਾ ਕਿ ਜਦੋਂ ਜਾ ਅਤੇ ਤਾ ਪ੍ਰਣਾਉ ਹੋਵੇ ਤਾਂ ਇਹ ਜਾ ਕਾ, ਜਾਂ ਕੀ, ਜਾਂ ਕੇ, ਜਾਂ ਕੀਆਂ, ਜਾਂ ਕੋ, ਤਾ ਕਾ, ਤਾ ਕੀ, ਤਾਂ ਕੇ, ਤਾਂ ਕੈ, ਤਾਂ ਕੀਆਂ, ਤਾਂ ਕੋ ਦੇ ਰੂਪ ਵਿੱਚ ਆਉਂਦੇ ਹਨ। ਇਹ ਕੱਲਾ ਜਦੋਂ ਇਹ ਪ੍ਰਣਾਉ ਹੋਵੇ ਫਿਰ ਕੱਲਾ ਜਾ ਜਾਂ ਤਾ ਨਹੀਂ ਆਉਂਦਾ ਹੈਗਾ, ਇਹਦੇ ਨਾਲ ਇਹ ਸ਼ਬਦ ਤਾ, ਕੇ, ਕੀ, ਕੀਆਂ, ਕੋ ਜਾਂ ਇਹ ਸ਼ਬਦ ਨਾਲ ਲੱਗ ਜਾਂਦੇ ਨੇ ਜੀ। ਤੇ ਜਦੋਂ ਇਹ ਯੋਜਕ ਦੇ ਰੂਪ ਵਿੱਚ ਆਉਂਦੇ ਹਨ ਤਾਂ ਜਾ ਅਤੇ ਤਾ ਦੇ ਰੂਪ ਵਿੱਚ ਆਉਂਦੇ ਹਨ। ਤੇ ਜੇ ਯੋਜਕ ਦੇ, ਹੁਣ ਫਿਰ ਦੁਬਾਰਾ ਅਖੀਰ ਦੇ ਵਿੱਚ ਦੱਸਣ ਲੱਗਿਆ ਜੀ ਵੀ ਜੇ ਯੋਜਕ ਦੇ ਰੂਪ ਵਿੱਚ ਹੋਣ ਤਾਂ ਇਹਨੂੰ ਜਾਂ, ਜਾ ਨਹੀਂ ਪੜਨਾ, ਜਾਂ ਤੇ ਤਾਂ। ਤੇ ਜਦੋਂ ਇਹ ਪ੍ਰਣਾਉ ਇੱਕ ਵਚਨ ਦੇ ਰੂਪ ਵਿੱਚ ਹੋਣ ਤਾਂ ਫਿਰ ਇਹਨੂੰ ਜਾ ਤੇ ਤਾ ਪੜਨਾ, ਫਿਰ ਬਿੰਦੀ ਨਹੀਂ ਲਾਣੀ, ਬਿੰਦੀ ਰਹਿਤ ਪੜਨਾ। ਤੇ ਜੇ ਇਹ ਪ੍ਰਣਾਉ ਬਹੁ ਵਚਨ ਦੇ ਰੂਪ ਵਿੱਚ ਹੋਣ ਤਾਂ ਫਿਰ ਇਹਨੂੰ ਤਾਂ, ਜਾਂ ਕੀ, ਜਾਂ ਕੇ, ਤਾਂ ਕੇ, ਫਿਰ ਬਿੰਦੀ ਲਾ ਕੇ ਪੜਨਾ। ਬਈ ਇਹਦੀ ਸਾਡੀ ਬੇਨਤੀ ਪ੍ਰਵਾਨ ਕਰਨਾ ਜੀ। ਜੇ ਹੋਰ ਕਿਸੇ ਨੂੰ ਕੋਈ ਇਸ ਬਾਰੇ ਦੱਸਣਾ ਹੋਵੇ ਤਾਂ ਸਾਡੇ ਭਾਗ ਚੰਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਦੱਸਿਆ ਯੋਜਕ, ਪੜਨਾਉ, ਇੱਕ ਵਚਨ ਤੇ ਬਹੁ ਵਚਨ, ਇਹਨਾਂ ਚਾਰਾਂ ਚੀਜ਼ਾਂ ਦਾ ਖਿਆਲ ਰੱਖਣ ਦੀ ਲੋੜ ਹੈ ਇਹਨਾਂ ਅੱਖਰਾਂ ਨੂੰ ਸਮਝਣ ਲਈ। ਦੇਖੋ ਬਾਣੀ ਜਿਹੜੀ ਬੜੀ ਅਗਾਧ ਬੋਧ ਹੈ, ਪਰ ਜਿਸ ਤਰੀਕੇ ਨਾਲ ਬਾਣੀ ਲਿਖੀ ਹੈ ਉਹ ਸਾਧ ਸੰਗਤ ਬਹੁਤ ਹੀ ਨਿਵੇਕਲੀ ਗੱਲ ਹੈ। ਇਹੋ ਜਿਹਾ ਕੋਈ ਹੋਰ ਦੁਨੀਆ ਵਿੱਚ ਲਿਖਤ ਨਹੀਂ ਮਿਲਦੀ ਜਿੱਥੇ ਇੰਨੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਸੂਖਸ਼ਮ ਗੱਲਾਂ ਨੇ ਉਹਨਾਂ ਦਾ ਖਿਆਲ ਰੱਖ ਕੇ। ਪਰ ਦੂਸਰੇ ਪਾਸੇ ਇਹ ਹੈ ਕਿ ਜਿਹੜੇ ਬਾਣੀ ਪੜ੍ਹਨ ਵਾਲੇ ਨੇ, ਆਪਾਂ ਲੋਕ, ਸਾਨੂੰ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਬਾਣੀ ਨੂੰ ਚੰਗੀ ਤਰ੍ਹਾਂ ਸਮਝੀਏ, ਜਦ ਕਿ ਇਹ ਪੱਖ ਸਾਡਾ ਸਭ ਤੋਂ ਘੱਟ ਅਸੀਂ ਉਹਦੇ ਧਿਆਨ ਦਿੰਦੇ। ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਈ ਵੱਲ ਔਰ ਉਹਨਾਂ ਦੀ ਪਰਵਰਿਸ਼ ਵੱਲ, ਉਹਨਾਂ ਨੂੰ ਜਵਾਨ ਹੋ ਜਾਂਦੇ ਨੇ ਤੇ ਕਿਸੇ ਬਿਜ਼ਨਸ ਵਿੱਚ ਚਲਾਉਣਾ, ਚੰਗੀ ਨੌਕਰੀ ਜਾਂ ਉਹਨਾਂ ਨੂੰ ਸੈਟਲ ਕਰਨਾ, ਇਹ ਸਾਡੀਆਂ ਸਾਰੀਆਂ ਬਹੁਤ ਪ੍ਰਾਇਰਟੀਜ਼ ਨੇ, ਹੋਣੀਆਂ ਵੀ ਚਾਹੀਦੀਆਂ ਨੇ। ਪਰ ਇਹ ਜਿਹੜੀ ਅਸਲ ਪ੍ਰਾਇਰਟੀ ਹੈ ਜਿਹਨੇ ਆਤਮਿਕ ਗਿਆਨ ਦੇਣਾ, ਉਹਦੇ ਬਾਰੇ ਅਸੀਂ ਅਵੇਸਲੇ ਰਹਿੰਦੇ ਹਾਂ। ਬਹੁਤ ਘੱਟ ਮਾਤਾ ਪਿਤਾ ਹੋਣਗੇ ਜਿਹੜੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੀ ਸਹੀ ਸੋਝੀ ਦਿੰਦੇ ਹੋਣ। ਔਰ ਇਹੀ ਕਾਰਨ ਹੈ ਕਿ ਜੇ ਅੱਜ ਸਾਡੀ ਕੌਮ ਵਿੱਚ ਕੁਝ ਘਾਟੇ ਆ ਰਹੇ ਨੇ, ਕੁਝ ਜਿਵੇਂ ਪਤਿਤਪਣਾ ਵੱਧ ਰਿਹਾ, ਨਸ਼ੇ ਵੱਧ ਰਹੇ ਨੇ ਜਾਂ ਹੋਰ ਕਈ ਗੱਲਾਂ ਆ ਰਹੀਆਂ ਨੇ, ਉਹਦਾ ਕਾਰਨ ਇਹ ਹੈ ਕਿ ਆਪਾਂ ਬਾਣੀ ਤੋਂ ਟੁੱਟੇ। ਗੁਰਬਾਣੀ ਸਪਸ਼ਟ ਹੈ ਸਾਨੂੰ ਆਧਾਰ ਕਿ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ। ਗੁਰਬਾਣੀ ਸਾਡਾ ਬੇਸ ਹੈ। ਜਿਹੜਾ ਬੇਸ ਤੋਂ ਟੁੱਟ ਗਿਆ ਉਹ ਗਿਆ, ਜਿਹੜਾ ਬੇਸ ਤੋਂ ਟੁੱਟੇਗਾ ਉਹ ਭਟਕਦਾ ਰਹੇਗਾ, ਡਿੱਗ ਪਏਗਾ। ਸੋ ਇਸੇ ਕਰਕੇ ਅਸੀਂ ਜ਼ਿੰਦਗੀ ਸਾਡੀਆਂ ਭਟਕਣ ਨਹੀਂ ਖਤਮ ਹੁੰਦੀਆਂ, ਕਿਉਂਕਿ ਅਸੀਂ ਆਪਣੇ ਬੇਸ ਗੁਰਬਾਣੀ ਨਾਲ ਨਹੀਂ ਜੁੜੇ। ਸੋ ਗੁਰਬਾਣੀ ਨਾਲ ਜੁੜਨ ਲਈ ਸਾਨੂੰ ਇਹਨਾਂ ਇੱਕ ਇੱਕ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਹੈ। ਤੋ ਸਤ ਸੰਗਤ ਕੋਸ਼ਿਸ਼ ਕਰੀਏ ਕਿ ਅਸੀਂ ਬਾਣੀ ਨੂੰ ਜਿਸ ਲਹਿਜੇ ਨਾਲ ਔਰ ਜਿਸ ਨਜ਼ਰੀਏ ਨਾਲ ਗੁਰੂ ਸਾਹਿਬਾਨ ਨੇ ਇਸ ਬਾਣੀ ਨੂੰ ਉਚਾਰਨ ਕੀਤਾ ਹੈ, ਅਗਰ ਅਸੀਂ ਉਹਨੂੰ ਧਿਆਨ ਨਾਲ ਪੜ੍ਹੀਏ, ਆਪਣੇ ਜੀਵਨ 'ਚ ਲਾਗੂ ਕਰੀਏ ਤਾਂ ਸਾਡਾ ਇਹ ਮਨੁੱਖਾ ਜੀਵਨ ਜਿਹੜਾ ਸਫਲ ਹੋ ਸਕਦਾ। ਇੱਕ ਵਾਰੀ ਫੇਰ ਵੀਰ ਜਗੀਰ ਸਿੰਘ ਜੀ ਦਾ ਧੰਨਵਾਦ, ਜਿਨ੍ਹਾਂ ਨੇ ਬੜੀ ਮਿਹਨਤ ਨਾਲ ਇਹ ਐਗਜ਼ਾਮਪਲਸ ਲੱਭ ਕੇ ਉਹਨਾਂ ਨੂੰ ਟਾਈਪ ਕਰਕੇ ਸਾਡੇ ਸਾਹਮਣੇ ਅੱਜ ਰੱਖੀਆਂ ਨੇ। ਤੋਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋਂ ਸਾਧ ਸੰਗਤ ਜੀ, ਅਗਲਾ ਜਿਹੜਾ ਇਹ ਸਾਡੇ ਕੋਲ ਸਵਾਲ ਹੈ ਉਹ ਹੈ ਕਿ ਕੁਝ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਔਰ ਕਈ ਵਾਰੀ ਆਪਾਂ ਬਹੁਤੀ ਵਾਰੀ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ, ਪਰ ਕਈ ਜਿਹੜੇ ਵਿਚਾਰਵਾਨ ਨੇ, ਕਈ ਕਥਾ ਕਰਨ ਵਾਲੇ ਵੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਲਿਖਦੇ ਨੇ। ਇੱਕ ਗੁਰਮਤਿ ਲਰਨਿੰਗ ਜ਼ੋਨ ਹੈ ਜਿਹਦੇ 12-13 ਹਜ਼ਾਰ ਉਹਦੇ ਮੈਂਬਰਸ ਨੇ, ਰੋਜ਼ਾਨਾ ਉਹਨਾਂ ਦੇ ਵਿਚਾਰ ਆਉਂਦੇ ਨੇ। ਉਹਨਾਂ ਵਿੱਚ ਇੱਕ ਦੋ ਸਾਇੰਸਦਾਨ ਨੇ, ਉਹ ਹਮੇਸ਼ਾ ਸਾਇੰਸ ਨੂੰ ਪ੍ਰਧਾਨਤਾ ਦਿੰਦੇ ਨੇ ਵੀ ਸਾਇੰਸ ਹੈ ਤਾਂ ਸਭ ਕੁਝ ਹੈ। ਤੇ ਉਹਨਾਂ ਚੋਂ ਇੱਕ ਸੱਜਣ ਐਸੇ ਨੇ ਜਿਹਨਾਂ ਨੇ ਕਦੀ ਵੀ ਗੁਰੂ ਗ੍ਰੰਥ ਸਾਹਿਬ ਹਮੇਸ਼ਾ ਆਦਿ ਗੁਰੂ ਗ੍ਰੰਥ ਸਾਹਿਬ ਲਿਖਦੇ। ਤੋ ਇਹ ਆਇਆ ਲਿਖਣਾ ਆਦਿ ਗੁਰੂ ਗ੍ਰੰਥ ਸਾਹਿਬ ਠੀਕ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਠੀਕ ਹੈ, ਜਾਂ ਦੋਨਾਂ 'ਚ ਕੀ ਫਰਕ ਹੈ? ਜੇ ਦੋਨੋਂ ਵੀ ਠੀਕ ਨੇ, ਮੈਂ ਬੇਨਤੀ ਕਰ ਰਿਹਾ ਵੀਰ ਤਜਿੰਦਰ ਸਿੰਘ ਜੀ ਨੂੰ ਵੀ ਉਹ ਸਾਨੂੰ ਇਹਦੇ ਬਾਰੇ ਚਾਨਣਾ ਪਾਉਣ। ਤਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਠੀਕ ਹੈ ਕਿ ਗੁਰਬਾਣੀ ਜਿਹੜੀ ਹੈ ਉਹ ਸਾਇੰਟੀਫਿਕ ਹੈ, ਔਰ ਉਹਦੇ 'ਚ ਜਿਹੜੀ ਗੁਰਬਾਣੀ ਨੂੰ ਅਸੀਂ ਸਾਇੰਟੀਫਿਕ ਢੰਗ ਦੇ ਨਾਲ ਉਹਨੂੰ ਐਕਸਪਲੇਨ ਵੀ ਕਰਦੇ ਹਾਂ ਔਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਪ ਗੁਰੂ ਨਾਨਕ ਪਾਤਸ਼ਾਹ ਜੀ ਨੇ
ਜੋ ਵੀ ਗੁਰਬਾਣੀ ਉਹ ਤਰਕ ਸੰਗਤ ਜਿਹੜੀ ਹੈ ਬਣਾਈ ਹੈ ਤੇ ਕਈ ਐਸੀ ਜਾਲੀ ਸਾਇੰਸ ਨਹੀਂ ਪਹੁੰਚ ਸਕੀ। ਇਹ ਤੇ ਕਹਿਣਾ ਠੀਕ ਹੈ ਕਿ ਗੁਰਬਾਣੀ ਜਿਹੜੀ ਹੈ ਉਹਦਾ ਬੇਸ ਸਾਇੰਟੀਫਿਕ ਹੈ, ਲੇਕਿਨ ਜਿੱਦ ਤੱਕ ਗੁਰੂ ਗ੍ਰੰਥ ਸਾਹਿਬ ਦੀ ਇਹ ਬਾਣੀ, ਗੁਰੂ ਗ੍ਰੰਥ ਸਾਹਿਬ ਦੇ ਟਾਈਟਲ ਦੀ ਗੱਲ ਹੈ, ਗੁਰੂ ਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਵਿੱਚ ਉਦਾਸੀਆਂ ਦੇ ਸਮੇਂ ਜੋ ਬਾਣੀ, ਭਗਤਾਂ ਦੀ ਬਾਣੀ ਇਕੱਤਰ ਕੀਤੀ ਔਰ ਆਪਣੀ ਬਾਣੀ ਵੀ ਜਿਹੜੀ ਇਕੱਠੀ ਕਰ ਕਰਕੇ ਜਿਸ ਨੂੰ ਆਸਾਹਤ ਕਿਤਾਬ ਕੱਚ ਕਰਕੇ ਵੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਜਦੋਂ ਮੱਕੇ ਦੀ ਯਾਤਰਾ ਤੇ ਗਏ ਹਨ ਤੇ ਉਹਨੂੰ ਹਮੇਸ਼ਾ ਆਪਣੇ ਕੋਲ ਸੰਭਾਲ ਕੇ ਸਾਂਭ ਕੇ ਰੱਖਦੇ ਸਨ। ਤਾਂ ਉਹ ਬਾਣੀ ਇਕੱਠੀ ਕਰ ਕਰਕੇ ਜਦੋਂ ਤੇ ਤਮੈਲ ਜੋ ਸ਼ਬਦ ਹੋਆ ਸੋ ਪੋਥੀ ਗੁਰੰਗਤ ਜੋਗ ਮਿਲੀ, ਗੁਰੰਗਤ ਪਾਤਸ਼ਾਹ ਜੀ ਨੂੰ ਜਦੋਂ ਗੁਰਗੱਦੀ ਤੇ ਬਿਠਾਇਆ ਗੁਰੂ ਨਾਨਕ ਪਾਤਸ਼ਾਹ ਜੀ ਨੇ, ਤਾਂ ਇਹ ਪੋਥੀ ਜਿਹੜੀ ਦੇ ਕਰਕੇ ਮੱਥਾ ਟੇਕਿਆ ਤੇ ਗੁਰਤਾ ਦੀ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਸੰਭਾਲੀ। तो इस तरह ही गुरु अंगद देव पातशाह ने गुरु अमरदास जी ਨੂੰ, गुरु अमरदास पातशाह जी ने गुरु रामदास जी ਨੂੰ और फिर गुरु रामदास जी ने गुरु अर्जन देव पातशाह जी ਨੂੰ ਗੁਰਗੱਦੀ ਸੌਂਪਣ ਲੱਗਿਆ। ਇਹ ਜਿਹੜੀ ਮਹਾਨ ਜਿਹੜੀ ਰਚਨਾ ਸੀ ਜਿਸ ਨੂੰ ਉਸ ਵਕਤ ਦੇ ਟਾਈਮ ਦੇ ਉੱਪਰ ਅਸੀਂ ਪੋਥੀ ਪਰਮੇਸ਼ਰ ਕਾ ਥਾਨ ਵੀ ਇਸ ਦਾ ਲਿਖਿਆ ਮਿਲਦਾ ਹੈ। ਤਾਂ ਉਹ ਦਿੱਤੀ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਇਕੱਤਰ ਕੀਤੀ ਹੋਈ ਬਾਣੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਉਹਦੇ ਵਿੱਚ ਜੋੜੀ ਹੋਈ ਬਾਣੀ ਜਿਹੜੇ ਸ਼ਲੋਕ ਹਨ। ਔਰ ਉਸ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਬਾਣੀ ਔਰ ਭੱਟਾਂ ਦੇ ਜਿਹੜੇ ਸੋਈਏ ਹਨ ਔਰ ਭਗਤਾਂ ਦੀ ਬਾਣੀ ਜਿਹੜੀ ਹੈ ਉਹ ਸਾਰੀ ਤਿੰਨ ਗੁਰਸਿੱਖਾਂ ਦੀ ਬਾਣੀ ਨੂੰ ਇਕੱਤਰ ਕਰਕੇ ਇਹ ਮਹਾਨ ਜਿਹੜਾ ਹੈ ਉਹ ਇੱਕ ਜਿਸ ਨੂੰ ਅਸੀਂ ਉਸ ਸਮੇਂ 'ਚ ਆਦਿ ਬੀੜ ਵੀ ਕਿਹਾ ਜਾਂਦਾ ਹੈ। ਰੈਫਰੈਂਸ ਵੀ ਜਦੋਂ ਅਸੀਂ ਗੁਰਬਾਣੀ ਦੇ, ਗੁਰੂ ਗ੍ਰੰਥ ਸਾਹਿਬ ਦੇ ਬਾਰੇ ਗੱਲ ਕਰਦੇ ਹਾਂ ਤਾਂ ਉਸ ਸੰਪਾਦਨਾ ਬਾਰੇ ਤਾਂ ਉਸ ਨੂੰ ਆਦਿ ਬੀੜ ਬਾਰੇ ਵੀ ਕਿਹਾ ਜਾਂਦਾ ਹੈ। ਲੇਕਿਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਕਿਤੇ ਵੀ ਲਿਖਿਆ ਨਹੀਂ ਮਿਲਦਾ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੇ ਆਦਿ ਤੋਂ ਅਗਰ ਅਸੀਂ ਲਵਾਂਗੇ ਤਾਂ ਫਿਰ ਉਸ ਤੋਂ ਬਾਅਦ ਫਿਰ ਹੋਰ ਬਾਅਦ ਦੂਜਾ ਕਿਹੜਾ ਗੁਰੂ ਗ੍ਰੰਥ ਸਾਹਿਬ ਹੋਇਆ, ਫਿਰ ਉਸ ਤੋਂ ਬਾਅਦ ਕਿਹੜਾ ਹੋਇਆ। ਤੋ ਉਹ ਜੋ ਪੋਥੀ ਪਰਮੇਸ਼ਰ ਕਾ ਥਾਨ ਸੀ ਜਿਸ ਨੂੰ ਆਦਿ ਬੀੜ ਵੀ ਕਿਹਾ ਜਾਂਦਾ ਸੀ, ਉਸ ਨੂੰ 7 ਅਕਤੂਬਰ 1708 ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਸੰਸਾਰ ਤੋਂ ਜੋਤੀ ਜੋਤ ਸਮਾਨ ਲੱਗੇ ਤਾਂ ਉਹਨਾਂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਕਰਕੇ ਇਸ ਜੋ ਉਸ ਵਕਤ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਾਣੀ ਸੰਪਾਦਨ ਕੀਤੀ ਸੀ ਔਰ ਉਹ ਭੀੜ ਨਾ ਮਿਲਣ ਕਰਕੇ ਦਮਦਮਾ ਸਾਹਿਬ ਵਿਖੇ ਜਦੋਂ ਖਾਲਸੇ ਨੂੰ ਦੁਬਾਰਾ ਉਹਨਾਂ ਦਾ ਸੰਗਠਨ ਕੀਤਾ ਤਾਂ ਉੱਥੇ ਸਾਰੀ ਬਾਣੀ ਜਿਹੜੀ ਹੈ ਉਹ ਦੁਬਾਰਾ ਉਚਾਰਨ ਕੀਤੀ ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ਲੋਕ ਉਹਦੇ ਅੰਦਰ ਜਿਹੜੇ ਹਨ ਸ਼ਾਮਲ ਕੀਤੇ। ਤਾਂ ਉਸ ਵਕਤ ਜੋ ਭੀੜ ਜਿਸ ਨੂੰ ਮਹਾਰਾਜ ਨੇ ਮੱਥਾ ਟੇਕਿਆ ਔਰ ਗੁਰਤਾ ਗੱਦੀ ਬਖਸ਼ ਕਰਕੇ ਇਹ ਬਚਨ ਉਚਾਰੇ ਸਨ ਕਿ ਆਤਮਾ ਗ੍ਰੰਥ ਤੇ ਸਰੀਰ ਪੰਥ ਤੇ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤਾਂ ਉਹ ਦਮਦਮਾ ਭੀੜ ਜਿਹੜੀ ਹੁਣ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੇ ਭੀੜਾਂ ਮਿਲਦੀਆਂ ਹਨ ਉਹਦੇ ਅੰਦਰ ਵੀ ਇਹ ਲਿਖਿਆ ਹੈ ਕਿ ਇਹ ਜੋ ਭੀੜ ਹੈ ਇਹ ਦਮਦਮੇ ਸਾਹਿਬ ਵਾਲੀ ਭੀੜ ਹੈ ਕਿ ਜੋ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਚਾਰੀ ਸੀ। ਸੋ ਸਾਨੂੰ ਇਸ ਭੁਲੇਖੇ ਵਿੱਚ ਨਹੀਂ ਪੈਣਾ ਚਾਹੀਦਾ। ਸਾਡੇ ਜਿਹੜੇ ਗੁਰੂ ਹਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤਾਂ ਸਾਨੂੰ ਹਰ ਵੇਲੇ ਇਸੇ ਤਰੀਕੇ ਨਾਲ ਹੀ ਇਸ ਨੂੰ ਮੈਂਸ਼ਨ ਕਰਨਾ ਚਾਹੀਦਾ ਹੈ ਔਰ ਇਸ ਨੂੰ ਗੁਰੂ ਸਮਝ ਕੇ ਇਸ ਨੂੰ ਪੂਰਨ ਆਦਰ ਸਤਿਕਾਰ ਦੇਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਗਈ, ਇਸ ਕਰਕੇ ਆਦਿ ਲਫ਼ਜ਼ ਜਿਹੜਾ ਹੈ ਉਹ ਜਿਵੇਂ ਵੀਰ ਜੀ ਨੇ ਦੱਸਿਆ ਨਹੀਂ, ਨਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਹੀ ਹੈ, ਪਰ ਇਹਦੇ ਬਾਰੇ ਕੋਈ ਜ਼ਿੱਦ ਨਹੀਂ ਹੋਣੀ ਚਾਹੀਦੀ। ਹਾਂ, ਹੋ ਸਕਦਾ ਹੈ ਕਈ ਵਾਰ ਨਹੀਂ ਪਤਾ ਹੁੰਦਾ ਤੇ ਵਰਤਿਆ ਜਾਂਦਾ ਹੈ, ਉਹਨਾਂ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਇਹ ਕਰੈਕਟ ਕਰਨ। ਆਦਿ ਲਫ਼ਜ਼ ਜਿਹੜਾ ਆਦਿ ਗੁਰੂ ਗ੍ਰੰਥ ਸਾਹਿਬ ਉਹ ਨਹੀਂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ। ਤੋਂ ਧੰਨਵਾਦ ਵੀਰ ਤੇਜਿੰਦਰ ਸਿੰਘ ਜੀ ਆਪ ਜੀ ਦਾ। ਤੋਂ ਬਾਕੀ ਵੀਰਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਬੜੀ ਤਿਆਰੀ ਦੇ ਨਾਲ ਸਮਾਂ ਕੱਢ ਕੇ ਔਰ ਆਪਸ ਵਿੱਚ ਵਿਚਾਰ ਵਟਾਂਦਰਾ ਸਾਂਝਾ ਕਰਕੇ ਜਿਹੜੇ ਸੰਗਤ ਦੇ ਸਵਾਲ ਆਉਂਦੇ ਨੇ ਉਹਨਾਂ ਦਾ ਜਵਾਬ ਦਿੱਤਾ ਜਾਂਦਾ। ਤਾਂ ਸਾਧ ਸੰਗਤ ਮੈਂ ਇੱਕ ਵਾਰੀ ਫੇਰ ਆਪ ਜੀ ਦਾ ਜਿਸੇ ਧੰਨਵਾਦ ਕਰਦਾ, ਉੱਥੇ ਮੈਂ ਬੇਨਤੀ ਵੀ ਕਰਦਾ ਕਿ ਕਿਰਪਾ ਕਰਕੇ ਆਪੋ ਆਪਣੇ ਸਵਾਲ ਜਿਹੜੇ ਨੇ ਉਹ ਗੁਰਬਾਣੀ ਬਾਰੇ, ਉਚਾਰਨ ਬਾਰੇ, ਵਿਆਕਰਨ ਬਾਰੇ, ਗੁਰ ਇਤਿਹਾਸ ਬਾਰੇ ਜਿਹੜੇ ਨੇ ਜਾਂ ਸਿੱਖ ਰਹਿਤ ਮਰਿਆਦਾ ਉਹਦੇ ਬਾਰੇ ਜ਼ਰੂਰ ਸਾਂਝੇ ਕਰਿਆ ਕਰੋ। ਸਵਾਲ ਭੇਜੋ, ਸੁਝਾਅ ਵੀ ਦਿਓ ਤੇ ਸਵਾਲ ਵੀ ਭੇਜੋ ਤਾਂ ਜੇ ਇਹ ਕੰਮ ਜਿਹੜਾ ਚੱਲਦਾ ਰਹੇ। ਮੈਂ ਤੇ ਹਰ ਵਾਰੀ ਕਹਿਣਾ ਹੁੰਦਾ ਤੁਹਾਡਾ ਸਵਾਲ ਜਿਹੜਾ ਸਾਡੇ ਲਈ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਫਿਰ ਸਾਨੂੰ ਉਹਦੇ ਲਈ ਰਿਸਰਚ ਕਰਨੀ ਪੈਂਦੀ
ਆਪਸ 'ਚ ਗੱਲਬਾਤ ਕਰਨੀ ਪੈਂਦੀ ਤੇ ਸਾਡਾ ਸਮਾਂ ਵੀ ਸਫਲ ਹੁੰਦਾ ਹੈ। ਤੋ ਕਿਰਪਾ ਕਰਕੇ ਆਪੋ ਆਪਣੇ ਸਵਾਲ ਜਿਹੜੇ ਨੇ ਉਹ ਜ਼ਰੂਰ ਭੇਜੋ, ਔਰ ਬਾਕੀ ਜਿਹੜੀਆਂ ਸੰਗਤਾਂ ਨੇ ਤੁਹਾਡੇ ਸੰਪਰਕ 'ਚ ਆਉਂਦੀਆਂ ਉਹਨਾਂ ਨੂੰ ਇਸ ਕਲਾਸ ਨਾਲ ਵੀ ਜੋੜੋ। ਤੋ ਨਾਲ ਹੀ ਉਹਨਾਂ ਨੂੰ ਵੀ ਬੇਨਤੀ ਕਰੋ ਕਿ ਉਹ ਆਪੋ ਆਪਣੇ ਸੁਝਾਅ ਜਾਂ ਸਵਾਲ ਜਿਹੜੇ ਨੇ ਉਹ ਭੇਜਣ, ਤਾਂ ਜੇ ਅਸੀਂ ਇਸ ਪਲੇਟਫਾਰਮ ਤੇ ਡਿਸਕਸ ਕਰੀਏ। ਦੂਜੀ ਮੈਂ ਬੇਨਤੀ ਕਰਾਂਗਾ ਸਾਧ ਸੰਗਤ ਨੂੰ ਕਿ ਜਿਹੜਾ 2 ਸਾਲਾ ਪੱਤਰ ਵਿਹਾਰ ਕੋਰਸ ਹੈ ਉਹ ਵੀ ਕਿਰਪਾ ਕਰਕੇ ਉਹਦੇ ਬਾਰੇ ਵੀ ਸਾਨੂੰ ਬਾਕੀ ਸੰਗਤ ਨੂੰ ਦੱਸਣਾ ਚਾਹੀਦਾ ਹੈ। ਜਿਹੜਾ ਸਿੱਖ ਫੁਲਵਾੜੀ ਮੈਗਜ਼ੀਨ ਹੈ ਇਹਦੀ ਵੀ ਮੈਂਬਰਸ਼ਿਪ ਜਿਹੜੀ ਹੈ ਆਪੋ ਆਪਣੇ ਤੌਰ ਤੇ ਸਾਨੂੰ ਵਧਾਉਣੀ ਚਾਹੀਦੀ। ਉਹਦਾ ਕਾਰਨ ਹੋਰ ਕੋਈ ਨਹੀਂ, ਮੇਨ ਕਾਰਨ ਇਹੀ ਹੈ ਕਿ ਸਿੱਖ ਫੁਲਵਾੜੀ ਦੇ ਵਿੱਚ ਬੜੇ ਜਿਹੜੇ ਵਿਦਵਾਨ ਨੇ ਸਾਡੇ ਉੱਥੇ ਬੈਠੇ, ਜਿਨ੍ਹਾਂ ਦੀ ਜ਼ਿੰਮੇਵਾਰੀ ਛਾਪਣਾ, ਉਹ ਹਰ ਲਿਖਤ ਨੂੰ ਛਾਪਣ ਤੋਂ ਪਹਿਲੇ ਚੰਗੀ ਤਰ੍ਹਾਂ ਪਰਖ ਕੇ, ਤਾਂ ਜੇ ਗੁਰਮਤਿ ਦੀ ਕਸਵੱਟੀ ਤੇ ਠੀਕ ਹੋਵੇ ਔਰ ਇਤਿਹਾਸਕ ਹਵਾਲੇ ਠੀਕ ਹੋਣ, ਤਾਂ ਕਰਕੇ ਛਾਪੀ ਜਾਂਦੀ। ਤੋ ਉਹਦੇ ਵਿੱਚ ਸਾਨੂੰ ਅਥੈਂਟਿਕ ਮਟੀਰੀਅਲ ਮਿਲਦਾ ਹੈ। ਹਾਲਾਂਕਿ ਹੋਰ ਵੀ ਕਈ ਮੈਗਜ਼ੀਨਸ ਹਨ, ਪਰ ਇਸ ਮੈਗਜ਼ੀਨ ਬਾਰੇ ਅਸੀਂ ਕਹਿ ਸਕਦੇ ਹਾਂ ਸਿੱਖ ਫੁਲਵਾੜੀ ਬਾਰੇ ਕਿ ਅਥੈਂਟਿਕ ਮਟੀਰੀਅਲ ਹੁੰਦਾ ਹੈ। ਤੋ ਇਸ ਲਈ ਸਾਡੀ ਫਰਜ਼ ਬਣਦਾ ਹੈ ਕਿ ਅਸੀਂ ਇਹਨੂੰ ਵੱਧ ਤੋਂ ਵੱਧ ਜਿਹੜਾ ਉਹ ਸਰਕੂਲੇਟ ਕਰੀਏ। ਹਾਲਾਂਕਿ ਸਾਡੀ ਕੌਮ ਜਿਹੜੀ ਹੈ ਉਹ ਇਸ ਗੱਲੋਂ ਬੜੀ ਪਿੱਛੇ ਹੈ, ਕਿਉਂਕਿ ਸਾਡਾ ਤੁਸੀਂ ਦੇਖ ਲਓ ਬਈ ਕੋਈ ਵੀ ਧਾਰਮਿਕ ਐਸਾ ਮੈਗਜ਼ੀਨ ਨਹੀਂ ਹੈ ਜਿਹੜਾ ਲੱਖਾਂ ਕਰੋੜਾਂ ਦੀ ਗਿਣਤੀ ਛਪਦਾ ਹੋਵੇ, ਜਦ ਕਿ ਛਪਣਾ ਚਾਹੀਦਾ। ਜਦ ਕਿ ਦੂਸਰਿਆਂ ਮਤਾਂ ਦੇ ਆਪਾਂ ਦੇਖਦੇ ਹਾਂ, ਉਹਨਾਂ ਦੇ ਜਿਹੜੇ ਇਹੋ ਜਿਹੇ ਮੈਗਜ਼ੀਨਸ ਨੇ, ਪੀਰੀਓਡੀਕਲਸ ਨੇ, ਉਹਨਾਂ ਦੀ ਗਿਣਤੀ ਕਿਤੇ ਜ਼ਿਆਦਾ ਹੈਗੀ। ਜਾਂ ਆਮ ਲੋਕ ਜਿਹੜੇ ਨੇ ਉਹ ਜਿਹੜੇ ਉਰੇ ਪਰੇ ਦੇ ਜਿਹੜੇ ਮੈਗਜ਼ੀਨ ਨੇ ਉਹਨਾਂ ਦੀ ਗਿਣਤੀ ਤੁਸੀਂ ਦੇਖੋ ਕਰੋੜਾਂ 'ਚ ਹੈ, ਜਿਨ੍ਹਾਂ 'ਚ ਕੋਈ ਬਹੁਤਾ ਸਪਿਰਿਚੁਅਲ ਲਾਭ ਨਹੀਂ ਹੁੰਦਾ। ਉਹ ਉਰੇ ਪਰੇ ਦੀ ਗੱਲਾਂ ਨੇ, ਮਨ ਪਰਚਾਵਾ ਹੁੰਦਾ। ਇੱਥੇ ਜਿੱਥੇ ਕਿ ਸਾਡੀ ਆਤਮਾ ਦਾ ਪਰਚਾਵਾ ਹੈ ਔਰ ਆਤਮਿਕ ਖੁਰਾਕ ਹੈ, ਇਹਦੇ ਬਾਰੇ ਸਾਡੀ ਤਾਂ ਇਹਦੀ ਸਰਕੂਲੇਸ਼ਨ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ। ਪਿੱਛੇ 70-75 ਹਜ਼ਾਰ ਹੁੰਦੀ ਸੀਗੀ, ਤਾਂ ਹੁਣ ਤੇ ਲੱਗਦਾ ਜਿਵੇਂ ਕੁਝ ਕਾਰਨਾਂ ਕਰਕੇ ਹੋਰ ਥੋੜੀ ਘਟ ਗਈ ਹੈ, ਜਦ ਕਿ ਇਹਨੂੰ ਵਧਣਾ ਚਾਹੀਦਾ। ਤੁਸੀਂ ਕੋਸ਼ਿਸ਼ ਕਰੀਏ ਕਿ ਸਿੱਖ ਫੁਲਵਾੜੀ ਮੈਗਜ਼ੀਨ ਹਰ ਘਰ ਦਾ ਸ਼ਿੰਗਾਰ ਬਣੇ। ਪੱਤਰ ਵਿਹਾਰ ਕੋਰਸ ਵੀ ਆਪਾਂ ਕਰੀਏ। ਤੋ ਸਾਧ ਸੰਗਤ, ਸਾਰੇ ਪੈਨਲ ਮੈਂਬਰਸ ਵੀਰਾਂ ਦਾ ਔਰ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਸੇਵਾ ਨਿਭਾਉਂਦੇ ਆ ਮੇਰੇ ਕੋਲੋਂ ਔਰ ਪੈਨਲ ਮੈਂਬਰਾਂ ਕੋਲੋਂ ਕਈ ਗਲਤੀਆਂ ਵੀ ਹੋ ਗਈਆਂ ਹੋਣਗੀਆਂ, ਉਹਨਾਂ ਲਈ ਖਿਮਾ ਦੇਣੀਆਂ। ਅੱਗੋਂ ਲਈ ਸਾਨੂੰ ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨ। ਭੁੱਲਾਂ ਦੀ ਖਿਮਾ, ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ।